ਅੱਜ ਆਪਾਂ ਇਹ 1368 1368 ਅੰਗ ਤੋਂ ਗਿਆਨ ਲਵਾਂਗੇ ਜੀ। ਕਬੀਰ ਜੀ ਦੇ ਜਿਹੜੇ ਸ਼ਲੋਕ ਹੈਗੇ ਉਹ 82ਵਾਂ ਸ਼ਲੋਕ ਲੈਣਾ ਹੈ 82। कबीर जात जुलाहा क्या करे, हृदय बसे गोपाल। कबीर रमैया कंठ मिल चुके सर्व जंजाल। कहते जुलाहा जात पात ना की होना है भाई, ਉਹ ਮਾਲਕ ਨੇ ਤਾਂ ਹਿਰਦੇ ਦੇ ਵਿੱਚ ਪ੍ਰਗਟ ਹੋਣਾ ਹੈ। ਕਿਹੜੀ ਮਰਜ਼ੀ ਜਾਤ ਦਾ ਹੋਏ, ਇਨਸਾਨ ਦੇ ਜਾਮੇ 'ਚ ਹੋਣਾ ਚਾਹੀਦਾ ਬਸ। ਤਾਂ ਹੀ ਜਿਹੜਾ ਹੈਗਾ ਇਹ ਸਪਿਰਚੁਅਲ ਡਾਇਮੈਂਸ਼ਨ ਖੁੱਲ੍ਹਾ ਹੁੰਦਾ ਹੈ ਇਨਸਾਨ ਦਾ। ਬਾਕੀ ਜੂਨਾਂ ਦੇ ਵਿੱਚ ਤਾਂ ਸਪਿਰਚੁਅਲ ਜਿਹੜਾ ਹੈਗਾ ਉਹ ਤਾਂ ਬੰਦ ਹੀ ਹੈ। ਸਪਿਰਚੁਅਲ ਜਿਹੜਾ ਹੈਗਾ ਡਾਇਮੈਂਸ਼ਨ ਬੰਦ ਹੁੰਦਾ ਹੈ। ਜਾਨਵਰ ਜਿਹੜੇ ਹੈਗੇ ਉਹਦੇ ਵਿੱਚ ਜਿਹੜਾ ਫਿਜ਼ੀਕਲ ਹੈਗਾ, ਇਮੋਸ਼ਨਲ ਹੈਗੀ ਹੈ ਡਾਇਮੈਂਸ਼ਨ, ਔਰ ਇੰਟਲੈਕਚੁਅਲ ਵੀ ਹੈਗਾ, ਬੁੱਧੀ ਵੀ ਹੈਗੀ ਉਹਨਾਂ ਕੋਲ ਥੋੜ੍ਹੀ ਬਹੁਤ। ਪਰ ਇਨਸਾਨ ਦਾ ਜਾਮਾ ਐਸਾ ਕਿ ਇਹਦੇ ਵਿੱਚ ਚਾਰੋਂ ਦੇ ਚਾਰੋਂ ਡਾਇਮੈਂਸ਼ਨ ਹੈਗੇ। ਇਹਦੇ ਵਿੱਚ ਸਪਿਰਚੁਅਲੀ ਵੀ ਇਨਸਾਨ ਜਿਹੜਾ ਹੈਗਾ ਨਾ ਵੀ ਮੈਂ ਕੌਣ ਹੈਗਾ ਆ, ਇਹ ਸਰੀਰ ਤੋਂ ਅੱਗੇ ਵੀ ਸੋਚ ਸਕਦਾ ਹੈ ਇਨਸਾਨ। ਕਬੀਰ ਜਾਤ ਜੁਲਾਹਾ ਕਿਆ ਕਰੇ, ਹਿਰਦੇ ਵਸੇ ਗੋਪਾਲ। ਉਹ ਮਾਲਕ ਪਰਮਾਤਮਾ ਜੀ ਦੇ ਹਿਰਦੇ ਦੇ ਵਿੱਚ ਅੰਦਰ ਵਸਦਾ ਆ। ਉਹ ਜਾਤ ਪਾਤ ਥੋੜ੍ਹੀ ਨਾ ਉਹਦੇ ਵਿੱਚ ਜਿਹੜਾ ਹੈਗਾ ਕੁਛ ਉਹਦੇ 'ਚ ਜਾਤ ਪਾਤ ਦਾ ਰੋਲ ਹੈਗਾ ਭਾਈ। ਕਬੀਰ ਰਮਈਆ ਕੰਠ ਮਿਲੇ ਚੂਕੇ ਸਰਬ ਜੰਜਾਲ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਗੱਲ ਨਾਲ ਲਾ ਲਏ ਤੇ ਸਾਰੇ ਬਾਕੀ ਕੀ ਰਹਿ ਗਿਆ ਫਿਰ? ਜੰਜਾਲ ਸਾਰੇ ਦੇ ਸਾਰੇ ਜਿਹੜੇ ਹੈਗੇ ਮਾਇਆ ਜੋ ਮਾਲਕ ਨੇ ਇਹ ਤਾਂ ਆਪ ਪਾਇਆ ਮਾਲਕ ਪਰਮਾਤਮਾ ਨੇ। ਉਹ ਮਾਲਕ ਨੇ ਖਿੱਚਣਾ ਹੈਗਾ, ਮਾਲਕ ਨੇ ਬਾਹਰ ਕੱਢਣਾ ਹੈਗਾ। ਆਪਾਂ ਨੇ ਤਾਂ ਸਿਰਫ ਜਿਹੜਾ ਹੈਗਾ ਨਿਕਲਣ ਦੇ ਵਾਸਤੇ ਜਿਹੜਾ ਹੈਗਾ ਆਪਾਂ ਨੇ ਬਈ ਮਾਲਕ ਨੂੰ ਜਿਹੜਾ ਹੈਗਾ ਬੇਨਤੀ ਕਰਨੀ ਆ ਬਈ ਮੈਂ ਨਿਕਲਣਾ ਚਾਹੁੰਦਾ ਹੈ ਮਾਲਕਾ, ਔਰ ਤੇਰੀ ਮਦਦ ਚਾਹੀਦੀ ਹੈ। ਤੇਰੀ ਮਦਦ ਤੋਂ ਬਗੈਰ ਮੈਂ ਨਿਕਲ ਨਹੀਂ ਸਕਦਾ। ਬਸ ਇੰਨੀ ਕੀ ਗੱਲ ਹੈ। ਹਾਂਜੀ ਵੀਰ ਜੀ। ਹਾਂਜੀ ਨਿਜਰ ਸਾਹਿਬ, ਮੈਂ ਤੇ ਕਿਤੇ ਬਾਹਰ ਚਲ ਗਿਆ ਹਾਂ, ਲੋਕ ਦੁਬਾਰਾ ਬੋਲੋ। ਹਾਂਜੀ ਹਾਂਜੀ। ਇਹ ਕਬੀਰ ਜਾਤ ਜੁਲਾਹਾ ਕਿਆ ਕਰੇ, ਹਿਰਦੇ ਬਸੇ ਗੋਪਾਲ। ਕਹਿੰਦੇ ਜੁਲਾਹਾ ਜਾਤ ਨੀਵੀਂ ਜਾਤ ਜਿਹੜੀ ਹੈਗੀ ਇਹਦੇ ਨਾਲ ਕੀ ਫਰਕ ਪੈਂਦਾ ਹੈ? ਕਹਿੰਦੇ ਇਹਨੇ ਕੀ ਕਰ ਦੇਣਾ ਹੈ? ਕਹਿੰਦੇ ਉੱਚੀ ਜਾਤ ਹੋਏ ਤੇ ਤਾਂ ਕੀ ਹੋ ਜਾਊਗਾ? ਕਹਿੰਦੇ ਜਾਤ ਜੁਲਾਹਾ ਕਿਆ ਕਰੇ, ਹਿਰਦੇ ਬਸੇ ਗੋਪਾਲ। ਉਹ ਮਾਲਕ ਪਰਮਾਤਮਾ ਤਾਂ ਹਿਰਦੇ ਦੇ ਵਿੱਚ ਵਸਦਾ ਹੈ। ਮਾਲਕ ਤਾਂ ਹਮੇਸ਼ਾ ਹੀ ਹਿਰਦੇ ਦੇ ਵਿੱਚ ਹੈਗਾ। ਚਾਹੇ ਨੀਵੀਂ ਜਾਤ ਹੋਏ ਚਾਹੇ ਉੱਚੀ ਜਾਤ ਹੈ, ਮਾਲਕ ਪਰਮਾਤਮਾ ਹਿਰਦੇ 'ਚ ਵਸਿਆ ਹੋਇਆ ਗੁਪਤ। ਉਹਨੂੰ ਪ੍ਰਗਟ ਕਰਨਾ ਹੈ ਪਿਆਰਿਆ। ਔਰ ਪਹਿਲਾਂ ਜਿਹੜਾ ਹੈਗਾ ਉਹ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਪਹਿਲਾਂ ਉਹਨੂੰ ਪ੍ਰਗਟ ਕਰਨਾ ਪਊਗਾ ਧਿਆਨ ਸਿਮਰਨ ਦੇ ਦੁਆਰਾ। ਮਾਲਕ ਵੱਲ ਨੂੰ ਅੰਦਰ ਨੂੰ ਯਾਤਰਾ ਕਰਨੀ ਹੈ। ਤੇਰੇ ਕੋਲ ਬਹੁਤ ਵਧੀਆ ਜਿਹੜੀ ਹੈਗੀ ਤੈਨੂੰ ਇਹ ਸਰੀਰ ਮਿਲਿਆ ਹੋਇਆ ਆ ਔਰ ਸੁਰਤ ਮਿਲੀ ਹੋਈ ਆ, ਤੇਜ਼ ਚੱਲਦੀ ਹੈ ਸੁਰਤ ਬਹੁਤ। ਉਹਨੂੰ ਅੰਦਰ ਦੇ ਘਰ ਤੇ ਚੜਾਏ ਵੱਲ ਨੂੰ ਲੈ ਜਾ, ਨਿਮਾਣ ਵੱਲ ਨੂੰ ਤਾਂ ਬਹੁਤ ਜਿਹੜੀ ਜਾ ਦੁਨੀਆ ਦੇ ਵਿੱਚ ਘੁੰਮਦੀ ਹੈ 10 ਦਿਸ਼ਾਵਾਂ ਦੇ ਵਿੱਚ। ਕਬੀਰ ਰਮਈਆ ਕੰਠ ਮਿਲ ਚੂਖੇ ਸਰਬ ਜੰਜਾਲ। ਮਾਲਕ ਰਮਈਆ ਜਿਹੜਾ ਰਮਿਆ ਹੋਇਆ ਆ ਉਹਦੇ ਗਲ ਨਾਲ ਲੱਗ ਜਾ ਪਿਆਰਿਆ। ਆਹੀ ਉਹਦਾ ਗਾਲਿਆ ਅੰਦਰ ਹੀ ਖਾਤੇ ਜਿਹੜਾ ਹੈਗਾ ਤੇ ਸਾਰੇ ਦੇ ਸਾਰੇ ਤੇਰੇ ਜੰਜਾਲ ਜਿਹੜੇ ਹੈਗੇ ਖਤਮ ਹੋ ਜਾਣਗੇ, ਚੁੱਕ ਜਾਣਗੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਤਾਂ ਸੰਗਤ ਜੀ ਦੇਖੋ ਉਹ ਕਹਿ ਰਹੇ ਨੇ, ਕੱਲ ਵੀ ਤੁਕ ਪੜ੍ਹੀ ਸੀ ਆਪਾਂ, ਕਬੀਰ ਜਾਤ ਜੁਲਾਹਾ ਕਿਆ ਕਰੇ ਹਿਰਦੇ ਬਸੇ ਗੋਪਾਲ। ਉਹ ਕਹਿੰਦੇ ਕਿ ਜਾਤਾਂ ਦੇ ਨਾਲੋਂ ਵੀ ਫਰਕ ਪੈਂਦਾ ਜੇਕਰ ਤੁਹਾਡੇ ਅੰਦਰ ਪਰਮਾਤਮਾ ਦਾ ਨਾਮ ਜਪਦਾ ਹੈ ਜਾਂ ਪਰਮਾਤਮਾ ਤੋਂ ਕਹਿਣ ਤੋਂ ਭਾਵ ਸੱਚ ਹੈ ਤੁਹਾਡੇ ਜੀਵਨ 'ਚ, ਉਹ ਇੰਪੋਰਟੈਂਟ ਹੈ। ਸੱਚ ਦੇਖੋ, ਪਰਮਾਤਮਾ ਕੋਈ ਸ਼ਖਸੀਅਤ ਨਹੀਂ ਹੈ, ਕੋਈ ਵੱਖਰੀ ਸ਼ਖਸੀਅਤ ਨਹੀਂ ਹੈ ਜਿਹਨੇ ਸਾਡੇ ਹਿਰਦੇ 'ਚ ਵਸਣਾ, ਕਿਉਂਕਿ ਉਹ ਸਰਵ ਵਿਆਪਕ ਸ਼ਕਤੀ। ਆਪਾਂ ਪਰਮਾਤਮਾ ਤੋਂ ਬਾਹਰ ਨਹੀਂ ਹੈਗੇ, ਜਿੱਦਾਂ ਸਾਰਾ ਕੁਝ ਇੱਕ ਹੀ ਹੈ। ਤੇ ਪਰਮਾਤਮਾ ਜੇ ਸਾਡੇ ਹਿਰਦੇ 'ਚ ਵਸਦਾ ਹੈ ਤੇ ਮਤਲਬ ਹੈ ਕਿ ਸੱਚ ਪ੍ਰਗਟ ਹੋ ਜਾਏਗਾ। ਸੱਚ ਵਸਦਾ ਹੈ ਤੇ ਹਾਂ ਸਮਝ ਲਓ ਕਿ ਪਰਮਾਤਮਾ ਤੁਹਾਡੇ ਹਿਰਦੇ 'ਚ ਵਸ ਰਿਹਾ। ਪਰ ਜੇਕਰ ਤੁਹਾਡੇ ਜੀਵਨ 'ਚ ਝੂਠ ਹੈਗਾ, ਸੱਚ ਨਹੀਂ ਹੈਗਾ, ਤੁਸੀਂ ਝੂਠ ਬੋਲਦੇ ਜੋ, ਤੁਸੀਂ ਝੂਠ ਦਾ ਕਾਰੋਬਾਰ ਕਰਦੇ ਜੋ, ਤੇ ਫਿਰ ਤੁਸੀਂ ਜੋ ਮਰਜ਼ੀ
ਮਰਜ਼ੀ ਕਰਦੇ ਜੋ, ਭਾਵੇਂ ਤੁਸੀਂ ਚੀਜ਼ਾਂ ਜੰਮੇ, ਭਾਵੇਂ ਤੁਸੀਂ ਗੁਰਦੁਆਰੇ ਮੰਦਿਰ ਜਿੱਥੇ ਮਰਜ਼ੀ ਰਹਿੰਦੇ, ਜਿੰਨਾ ਮਰਜ਼ੀ ਪਾਠ ਕਰਦੇ, ਇਹਦਾ ਮਤਲਬ ਕਿ ਤੁਹਾਡੇ ਹਿਰਦੇ 'ਚ ਪ੍ਰਮਾਤਮਾ ਨਹੀਂ ਵਸਦਾ। ਪਰਮਾਤਮਾ ਬਿਲਕੁਲ ਸਹੀ ਹੈ ਗੋਰਖੀ ਸਾਹਿਬ। ਦੇਖੋ ਜਦ ਪਹਿਲਾਂ ਹੀ ਜਿਹੜਾ ਹੈਗਾ ਆਪਣੇ ਹਿਰਦੇ 'ਚ ਆਪਾਂ ਨੇ ਝੂਠ ਨੂੰ ਵਸਾ ਲਿਆ, ਝੂਠ ਜਿਹੜਾ ਹੈਗਾ ਉਹ ਮਾਲਕ ਦੀ ਮਾਇਆ ਹੈਗੀ ਆ। ਇਹਦਾ ਮਤਲਬ ਡੈਫੀਨੇਟਲੀ ਆਪਾਂ ਜਿਹੜੇ ਹੈਗੇ ਆ ਮਾਲਕ ਨੂੰ ਨਹੀਂ ਚਾਹੁੰਦੇ ਵੀ ਮਾਲਕ ਨੂੰ ਤਾਂ ਕਿੰਨੇ ਪਾਸੇ ਹੋ ਜਾ, ਮੈਨੂੰ ਤਾਂ ਆਹ ਚਾਹੀਦਾ, ਝੂਠ ਚਾਹੀਦਾ, ਆਪਣੀ ਡਿਮਾਂਡ ਹੈਗੀ ਆ। ਹਾਂ ਫਿਰ ਤੇ ਦੇਖੋ ਪਤਾ ਕੀ ਹੁੰਦਾ, ਬੇਸਿਕਲੀ ਧਰਮ ਕੀ ਹੈ? ਧਰਮ ਇੱਕ ਵਿਧੀ ਹੈ, ਵਿਧਾਨਤ ਹੈ। ਇੱਕ ਮੈਂ ਕਹਿ ਸਕਦਾ ਕਿ ਨਿਜਾ ਸਾਹਿਬ ਕੋਈ ਕਿਸੇ ਚੀਜ਼ ਨੂੰ ਚਲਾਉਣ ਦਾ ਇੱਕ ਨਾਲ ਇੱਕ ਕਾਗਜ਼ ਨਹੀਂ ਮਿਲਦਾ, ਕੀ ਕਹਿੰਦੇ ਉਹਨੂੰ ਆਪਾਂ? ਉਹਨੂੰ ਆਪਰੇਟਿੰਗ ਪ੍ਰੋਸੀਜਰ, ਆਪਰੇਟਿੰਗ ਇੰਸਟਰਕਸ਼ਨਸ। ਹਾਂ, ਇੰਸਟਰਕਸ਼ਨਸ, ਠੀਕ ਹੈ। ਅਸਲ ਦੇ ਵਿੱਚ ਜਦੋਂ ਬੰਦਾ ਪੈਦਾ ਹੁੰਦਾ ਹੈ ਨਾ, ਬੱਚੇ ਨੂੰ ਕੋਈ ਪਤਾ ਨਹੀਂ ਹੁੰਦਾ, ਉਹਨੂੰ ਕੋਈ ਗਿਆਨ ਨਹੀਂ ਹੁੰਦਾ। ਚਲੋ ਜਿੱਦਾਂ ਵੀ ਉਹ ਪੈਦਾ ਹੋਇਆ, ਫਿਰ ਇੱਕ ਧਰਮ ਇੱਕ ਆਪਰੇਟਿੰਗ ਇੰਸਟਰਕਸ਼ਨ ਆ, ਇੱਕ ਡਾਕੂਮੈਂਟ ਹੁੰਦਾ। ਜਿੱਦਾਂ ਤੁਸੀਂ ਕੋਈ ਚੀਜ਼ ਖਰੀਦਦੇ, ਮੋਬਾਈਲ ਖਰੀਦਦੇ, ਕਾਰ ਖਰੀਦਦੇ, ਤੁਸੀਂ ਕੋਈ ਵਾਸ਼ਿੰਗ ਮਸ਼ੀਨ ਖਰੀਦਦੇ, ਤੁਸੀਂ ਕੁਛ ਵੀ ਖਰੀਦਦੇ, ਜੋ ਉਹਦੇ ਵਿੱਚ ਇੱਕ ਛੋਟਾ ਜਿਹਾ ਪੇਪਰ ਹੁੰਦਾ 10-15 ਪੇਜਾਂ ਦਾ। ਜਿੱਡੀ ਵੱਡੀ ਮਸ਼ੀਨ ਉਹਨਾਂ ਜ਼ਿਆਦਾ ਵੱਡੀ ਬੁੱਕ ਹੋਵੇਗੀ, ਉਹਦੇ 'ਚ ਦੱਸਿਆ ਹੁੰਦਾ ਕਿ ਇੰਸਟਰਕਸ਼ਨ ਦਿੱਤੀ ਹੁੰਦੀ ਤੁਹਾਨੂੰ ਇਸ ਮਸ਼ੀਨ ਨੂੰ ਚਲਾਉਣਾ ਕਿੱਦਾਂ। ਠੀਕ ਹੈ, ਬਿਲਕੁਲ। ਉਹ ਮਸ਼ੀਨ ਨੂੰ ਚਲਾਉਣ ਦਾ ਉਹਦੇ 'ਚ ਦੱਸਿਆ ਹੁੰਦਾ ਕਿ ਚਰਨਜੀਤ, ਜੇ ਤੇ ਮਸ਼ੀਨ ਨੂੰ ਤੂੰ ਏਦਾਂ ਚਲਾਏਂਗਾ ਤੇ ਮਸ਼ੀਨ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ, ਤੇ ਬਹੁਤ ਵਧੀਆ ਚੱਲੇਗੀ। ਇਹਦੀ ਵਰਤੋਂ ਕਰਨੀ ਹੈ, ਦੁਰਵਰਤੋਂ ਨਹੀਂ ਕਰਨੀ। ਔਰ ਦੱਸਦੇ ਆ ਕਿ ਇਹਨੂੰ ਕਿੱਦਾਂ ਚੰਗੀ ਤਰ੍ਹਾਂ ਇਸੋਂ ਆਊਟਪੁੱਟ ਕਿੱਦਾਂ ਵਧੀਆ ਲੈਣਾ। ਇਸੇ ਤਰ੍ਹਾਂ ਧਰਮ ਹੈ। ਜਦੋਂ ਬੰਦਾ ਘੁੰਮ ਘੰਮ ਕੇ ਮਨੁੱਖਾ ਦੇਹ ਪ੍ਰਾਪਤ ਕਰਦਾ ਹੈ, ਤੇ ਫਿਰ ਉਹ ਜਿਹੜੇ ਧਾਰਮਿਕ ਗ੍ਰੰਥ ਨੇ ਉਹ ਕਾਈਂਡ ਆਫ ਆਪਰੇਟਿੰਗ ਸਿਸਟਮ ਹੈ। ਬਿਲਕੁਲ, ਆਪਰੇਟਿੰਗ ਇੰਸਟਰਕਸ਼ਨਸ ਹੈਗੇ। ਹਾਂ, ਸਰਟਨ ਇੰਸਟਰਕਸ਼ਨ ਨੇ ਉਹਨਾਂ ਨੇ ਲਿਖੀਆਂ ਨੇ। ਉਹਦਾ ਕਾਰਨ ਇਹੋ ਹੀ ਆ, ਉਹ ਕਹਿੰਦੇ ਨੇ ਕਿ ਬਈ ਤੁਸੀਂ ਤੁਹਾਨੂੰ ਤੇ ਵੈਸੇ ਨਾਲ ਕੋਈ ਆਪਰੇਟਿੰਗ ਇੰਸਟਰਕਸ਼ਨ ਤੇ ਢਿੱਡ 'ਚ ਤਾਂ ਆਉਂਦੀਆਂ ਨਹੀਂ, ਨਾ ਹੀ ਮਾਂ ਪਿਓ ਦਿੰਦੇ ਨੇ, ਤੇ ਕਿਉਂ ਨਾ ਹੁਣ ਮਾਂ ਪਿਓ ਵੀ ਕਿੱਥੋਂ ਦੇਣ, ਉਹਨਾਂ ਦੇ ਪੱਲੇ ਵੀ ਕੋਈ ਚਾਹੀਦਾ। ਉਹਨਾਂ ਦੇ ਪੱਲੇ ਨਾ ਕੁਛ ਹੋਵੇ ਤੇ ਫਿਰ ਤੂੰ ਤੇ ਗਲਤੀ ਮਸ਼ੀਨ ਚਲਾਏਂਗਾ, ਤੇ ਔਰ ਤੇਰੀ ਮਸ਼ੀਨ ਬਹੁਤ ਕੀਮਤੀ ਹੈ। ਤੇ ਔਰ ਇਸ ਕਰਕੇ ਉਹਨਾਂ ਨੇ ਗ੍ਰੰਥ ਲਿਖ ਕੇ ਦੇ ਗਏ ਨੇ। ਸਰਵ ਵਿਆਪਕ ਹੁੰਦੀਆਂ ਨੇ ਗੱਲਾਂ, ਉਹ ਇੱਕ ਕਾਈਂਡ ਆਫ, ਮੈਂ ਤੇ ਕਹਿ ਸਕਦਾ ਕਿ ਉਹ ਆਪਰੇਟਿੰਗ ਇੰਸਟਰਕਸ਼ਨ ਨੇ, ਉਹ ਤੁਹਾਨੂੰ ਦੱਸੀਆਂ ਗਈਆਂ ਨੇ। ਔਰ ਤੁਹਾਨੂੰ ਕੀ ਮੈਨੂੰ ਵੀ ਦੱਸੀਆਂ ਗਈਆਂ, ਆਪਾਂ ਇਕੱਠੇ ਹੀ ਹਾਂ। ਤੁਹਾਨੂੰ ਦਾ ਮਤਲਬ ਤੇ ਇਹੋ ਹੀ ਹੈ ਕਿ ਹੁਣ ਗੱਲ ਕਰਨ ਦਾ ਤਰੀਕਾ ਕੁਝ ਹੈ ਨਹੀਂ ਆ, ਭਾਸ਼ਾ ਦੀ ਕੋਈ ਲਿਮਿਟ ਆ। ਠੀਕ ਹੈ, ਤੇ ਫਸਟ ਪਰਸਨ, ਸੈਕੰਡ ਪਰਸਨ, ਥਰਡ ਪਰਸਨ, ਤਿੰਨ ਤੇ ਗੱਲ ਚੱਲਦੀ ਹੈ। ਠੀਕ ਹੈ, ਤੇ ਉਹਦੇ ਵਿੱਚ ਇਹੋ ਦੱਸਿਆ ਗਿਆ ਕਿ ਮਸ਼ੀਨ ਨੂੰ ਚਲਾਉਣਾ ਕਿੱਦਾਂ। ਜੇ ਤੂੰ ਮਸ਼ੀਨ ਨੂੰ ਸਹੀ ਤਰੀਕੇ ਨਾਲ ਚਲਾਏਂਗਾ ਤੇ ਨੈਚੁਰਲੀ ਉਹ ਜ਼ਿਆਦਾ ਚਿਰ ਚੱਲੇਗੀ। ਨਿੱਜਾ ਸਾਹਿਬ, ਬਿਲਕੁਲ ਜ਼ਿਆਦਾ ਚਿਰ ਚੱਲੇਗੀ, ਆਊਟਪੁੱਟ ਦੇਗੀ। ਔਰ ਉਹਦੇ 'ਚੋਂ ਜਿਹੜਾ ਹੈਗਾ, ਜੇ ਹੁਣ ਆਪਾਂ ਮਸ਼ੀਨ ਨੂੰ ਜਿਹੜਾ ਹੈਗਾ ਉਹਦੀ ਜਗ੍ਹਾ 'ਤੇ ਆਇਲ ਹੀ ਨਾ ਉਹਦਾ ਮੇਨਟੇਨ ਕਰੀਏ, ਲੁਬਰੀਕੇਸ਼ਨ ਹੀ ਨਾ ਕਰੀਏ ਉਹਨੂੰ, ਔਰ ਉਹਦੀ ਜਗ੍ਹਾ ਜਿਹੜਾ ਪ੍ਰੋਪਰ ਜਿਹੜਾ ਹੈਗਾ ਫਿਊਲ ਨਾ ਦੇਈਏ ਉਹਨੂੰ, ਤੇ ਫਿਰ ਮਸ਼ੀਨ ਤਾਂ ਖਰਾਬ ਹੋਣੀ। ਹੁਣ ਉਹ ਕਹਿੰਦੇ ਨੇ ਕਿ ਜਿੱਦਾਂ ਕਾਰ ਤੁਹਾਡੀ ਡਿਜ਼ਾਈਨ ਕੀਤੀ ਹੈ ਪੈਟਰੋਲ ਦੇ ਲਈ, ਤੇ ਤੁਸੀਂ ਡੀਜ਼ਲ ਪਾਈ ਜਾਓ, ਮਿੱਟੀ ਦਾ ਤੇਲ ਪਾਈ ਜਾਓ, ਬਸ, ਤੇ ਉਹਦਾ ਇੰਜਨ ਅੱਜ ਨਹੀਂ ਤੇ ਕੱਲ ਨੂੰ ਬਹਿ ਜਾਣਾ। ਤੇ ਜਦੋਂ ਬਹਿ ਜਾਏਗਾ ਤੇ ਫਿਰ ਟੁੱਟਾ ਇੰਜਨ ਲਈ ਫਿਰੋ। ਫਿਰ ਉਹਨਾਂ ਨੇ ਕਹਿਣਾ ਬਈ ਇਹ ਤੇ ਤੂੰ ਇੰਜਨ ਹੀ ਖਰਾਬ ਕਰ ਲਿਆ, ਉਹਨੂੰ ਬਹੁਤ ਜ਼ਿਆਦਾ ਮੇਜਰ ਸਰਵਿਸ ਹੋਵੇਗੀ। ਤੇ ਇਹ ਇਸੇ ਹੀ ਤਰ੍ਹਾਂ ਮਨੁੱਖ ਦਾ ਜੀਵਨ ਹੈ। ਉਹ ਜਿੱਦਾਂ ਗ੍ਰੰਥਾਂ 'ਚ ਦੱਸਿਆ ਹੈ ਕਿ ਸੱਚ ਉੱਪਰ ਚੱਲਣਾ। ਧਰਮ ਤੇਰੇ ਜੀਵਨ 'ਚ ਚਾਹੀਦਾ ਹੈ। ਤੇਰੀ ਜਾਤ ਪਾਤ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਕੋਈ ਕਵੇ ਨਾ ਕਿ ਮੈਂ ਕੋਈ ਸੰਤ ਦੇ ਘਰ ਜੰਮਿਆ ਤੇ ਮੈਂ ਰਹਿੰਦਾ ਗੁਰਦੁਆਰੇ ਦੇ ਅੰਦਰ ਹੈ, ਉਹ ਕਹਿੰਦੇ ਮੈਟਰ ਨਹੀਂ ਕਰਦਾ। ਕਿਉਂਕਿ ਮੈਟਰ ਨਹੀਂ ਕਰਦਾ, ਮੈਟਰ ਤੇ ਕਰਦਾ ਕਿ ਤੇਰੇ ਹਿਰਦੇ 'ਚ ਪ੍ਰਮਾਤਮਾ ਹੈਗਾ। ਤੂੰ ਸੱਚੀ ਸੱਚ ਨੂੰ ਆਪਣੇ ਜੀਵਨ 'ਚ ਲੈ ਕੇ ਆਉਣਾ ਚਾਹੁੰਦਾ, ਸੱਚ ਨੂੰ ਲਿਆਉਣਾ ਤੇ ਪਵੇਗਾ, ਹੋਰ ਕੋਈ ਆਪਸ਼ਨ ਨਹੀਂ ਹੈਗਾ। ਸੱਚ ਨੂੰ ਜੇ ਜਾਣਨਾ ਹੈ ਤਾਂ ਉਹ ਕਹਿੰਦੇ ਕਿ ਸੱਚ ਵਰਗੇ ਹੋ ਜਾਓ। ਆਪਸ਼ਨ ਦੋਨੋਂ ਹੀ ਚੱਲਦੇ ਨੇ। ਫਿਰ ਉਹ ਕਹਿੰਦੇ ਨੇ ਕਿ ਠੀਕ ਹੈ ਜੀ, ਨਿੱਜਾ ਸਾਹਿਬ ਅੱਗੇ ਚਲੀਏ। ਹਾਂਜੀ, ਕਹਿੰਦੇ ਵੀ ਪਰਮੇਸ਼ਰ ਦੇ ਨਾਲ ਜਿਹੜਾ ਹੈਗਾ ਰਮਈਆ, ਕਬੀਰ ਰਮਈਆ ਕੰਟ ਮਿਲ ਚੂਕੇ ਸਰਬ ਜੰਜਾਲ। ਬਈ ਤੂੰ ਜਿਹੜਾ ਹੈਗਾ ਮਾਲਕ ਤੇਰੇ ਅੰਦਰ ਹਿਰਦੇ 'ਚ ਵਸ ਰਿਹਾ ਆ, ਉਹਦੀ ਨੇੜਤਾ ਪ੍ਰਾਪਤ ਕਰ ਲਾ ਪਿਆਰਿਆ। ਸੁਰਤ ਤੇਰੇ ਕੋਲ ਹੈਗੀ ਆ, ਸੁਰਤ ਤੇਰੇ ਕੋਲ ਹੈਗੀ ਆ। ਤੇ
ਉਹਦਾ ਜਿਹੜਾ ਹੈਗਾ ਯੂ ਟਰਨ ਤੂੰ ਲੈਣਾ ਆ ਬਸ। ਤੇ ਆਹ ਜਨਮ ਤੈਨੂੰ ਦਿੱਤਾ ਹੋਇਆ, ਨਹੀਂ ਤਾਂ ਇਹ ਜਨਮ ਤਾਂ ਚਲੇ ਜਾਣਾ ਹੈ, ਇਹ ਵੇਸਟ ਤਾਂ ਹੋ ਹੀ ਜਾਣਾ। ਹੁਣ ਦੇਖੋ ਕਾਰਵਾਈ ਕੀ ਕਰਨੀ ਆ। ਅਗਲਾ ਸ਼ਬਦ, ਅਗਲਾ ਸ਼ਲੋਕ ਆ ਗਿਆ, ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ। ਹੁਣ ਦੇਖ ਲਓ ਭਾਈ, ਕਹਿੰਦੇ ਮੰਦਰ ਜਿਹੜਾ ਹੈਗਾ ਤੇਰਾ ਸਰੀਰ ਹੈਗਾ, ਇਹਨੂੰ ਸਾੜਨਾ ਹੈਗਾ ਹੈ। ਮਤਲਬ ਸਰੀਰ ਸਾੜਤਾ ਤੇ ਫਿਰ ਕੀ ਜਿਹੜਾ ਹੈਗਾ, ਫਿਰ ਸਾਡੇ ਕੋਲ ਕੀ ਬਚਿਆ ਭਾਈ। ਹੁਣ ਦੇਖੋ ਇਹਦਾ ਭੇਤ ਕੀ ਹੈਗਾ। ਆਹੀ ਤਾਂ ਗੁਰਬਾਣੀ ਦੀ ਜਿਹੜੀ ਹੈਗੀ, ਗੁਰਬਾਣੀ ਜਿਹੜੀ ਹੈ ਚੌਥੇ ਪਦ ਦੀ ਹੈ ਗੁਰਬਾਣੀ। ਇਹ ਤਾਂ ਮੁੰਦਾਵਣੀ ਹੈ ਗੁਰਬਾਣੀ ਦੀ, ਪਹੇਲੀ ਹੈਗੀ ਹੈ ਬਈ ਸਾੜਨਾ ਕੀ ਹੈਗਾ, ਇਹ ਮੰਦਰ ਨੂੰ ਕਿਵੇਂ ਸਾੜਨਾ ਹੈ। ਕਹਿੰਦੇ ਸਰੀਰ ਦੇਖ ਤੂੰ ਜਿਹੜਾ ਹੈਗਾ ਇਹ ਮੰਦਰ ਦੇ ਹੀ ਜਿਹੜਾ ਹੈਗਾ ਸਾਰਾ ਕੁਛ ਮੰਦਰ ਦੇ ਵਾਸਤੇ ਹੀ ਕਰੀ ਜਾ ਰਿਹਾ, ਸਰੀਰ ਦੇ ਵਾਸਤੇ। ਸਾਰੀ ਤੇਰੀ ਯਾਤਰਾ ਜਿਹੜੀ ਹੈਗੀ ਆ 24 ਘੰਟੇ ਦਿੱਤੇ ਹੋਏ ਆ, 24 ਦੇ 24 ਘੰਟੇ ਤੂੰ ਸਰੀਰ ਦੇ ਵਾਸਤੇ ਲਾ ਦਿੰਦਾ। ਬਸ ਇੱਥੇ ਹੀ ਪ੍ਰੋਬਲਮ ਹੈਗੀ ਆ। ਇਹਦੀ ਸਰੀਰ ਦੀਆਂ ਡਿਮਾਂਡਾਂ ਘਟਾ ਦੇ, ਇਹਦੀਆਂ ਜਿੰਨੀ ਕਿ ਇਹਦੀ ਜ਼ਰੂਰਤ ਹੈਗੀ ਓਨਾ ਕੀ ਇਹਦੇ ਵਿੱਚ ਫਿਊਲ ਓਨਾ ਕੀ ਪਾ ਜਿੰਨੀ ਕਿ ਇਹਦੀ ਜ਼ਰੂਰਤ ਹੈਗੀ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾ ਆਇਆ ਜਲਾਉਣਾ ਭਾਈ ਮੰਦਰ ਨੂੰ। 500 ਲੜਕੇ ਮਾਰ ਕੇ ਰਹੇ ਰਾਮ ਲਿਵ ਲਾਏ। ਔਰ ਦੇਖ ਤੇਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਜਿਹੜੀਆਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਇਹੀ ਚਲਾਈ ਜਾ ਰਹੇ ਆ। ਬਸ ਇਹ ਮਨ ਨੂੰ ਐਸਾ ਭਰਮਾਇਆ ਹੋਇਆ ਇਹਨਾਂ ਨੇ, ਉਹ ਬਸ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ, ਮੋਹ ਦੇ ਵਿੱਚ ਆ 5 ਦੇ 5 ਮੁੰਡੇ ਜਿਹੜੇ ਹੈਗੇ ਇਹਨਾਂ ਦਾ ਕਬਜ਼ਾ ਹੈਗਾ ਭਾਈ। ਦੇਖ ਇਹਨਾਂ ਤੋਂ ਲੈ ਲਾ ਗੱਲ, ਇਹਨਾਂ ਤੋਂ ਸਟੀਅਰਿੰਗ ਖੋਲਾ, ਇਹਨਾਂ ਦੇ ਹਿਸਾਬ ਦੇ ਨਾਲ ਨਾ ਚਲਾ ਆਪਣੀ ਗੱਡੀ ਨੂੰ ਭਾਈ, ਤਾਂ ਜਿਹੜੀ ਲਿਵ ਲੱਗਣੀ ਹੈ ਤੇਰੀ, ਜੇ ਤੂੰ ਇਸ ਤਰੀਕੇ ਦੇ ਨਾਲ ਵਰਕਆਊਟ ਕਰੇਗਾ। ਕਬੀਰ ਐਸਾ ਕੌਣ ਹੈ ਮੰਦਰ ਦੇ ਜਰਾਏ, 500 ਲੜਕੇ ਮਾਰ ਕੇ ਰਹੇ ਰਾਮ ਲਿਵ ਲਾਏ। ਹਾਂਜੀ ਵੀਰ ਜੀ। ਹੁਣ ਉਹ ਕਹਿੰਦੇ ਆ ਕਿ ਕੋਈ ਵਿਰਲੇ ਨੇ, ਜ਼ਿਆਦਾ ਲੋਕ ਨਹੀਂ ਆ ਜਿਹੜੇ ਇਸ ਮੰਦਰ ਦੇ ਅੰਦਰ ਜਿਹੜੇ ਪੰਜਾਂ ਨੂੰ ਮਾਰ ਸਕਦੇ ਨੇ। ਮੋਹ ਆ ਨਾ, ਮੋਹ। ਪਹਿਲਾਂ ਤਾਂ ਮੰਦਰ ਨੂੰ ਜਲਾਉਣਾ ਹੈ, ਮਤਲਬ ਮੋਹ ਖਤਮ ਕਰਨਾ ਹੈ, ਮਾਇਆ ਦਾ ਮੋਹ। ਮੋਹ ਤੇ ਹੁਣ ਏਦਾਂ ਵਾ ਕਿ ਮੋਹ ਜਿਹੜਾ ਹੈ ਇਹ ਬਹੁਤ ਪਾਵਰਫੁਲ ਚੀਜ਼ ਹੈ। ਜਦੋਂ ਤੁਸੀਂ ਮੋਹ ਕਰਦੇ ਤੇ ਉਹਦੇ ਵਿੱਚ ਫਿਰ ਇਹ ਹੁੰਦਾ ਵਾ ਕਿ ਮਤਲਬ ਫਿਰ ਸੱਚ ਤੇ ਨਹੀਂ ਨਾ ਉੱਥੇ ਹੈਗਾ। ਉੱਥੇ ਕੁਛ ਮੋਹ ਦੇ ਵਿੱਚ ਕੀਤਾ ਜਾ ਰਿਹਾ, ਔਰ ਮੋਹ ਤੇ ਹਮੇਸ਼ਾ ਹੀ ਸੱਚ ਦੇ ਵਿੱਚ, ਸੱਚ ਤੇ ਹੈ ਹੀ ਨਹੀਂ ਉੱਥੇ। ਉੱਥੇ ਮੋਹ ਆ। ਮੋਹ ਦਾ ਮਤਲਬ ਕਿ ਆਪਾਂ ਜਿਹੜਾ ਅਸੀਂ ਕਰਨਾ ਹੈ ਉਹਦਾ ਤਿਆਗ ਦਈਏ, ਉਹਦਾ ਤਿਆਗ ਕਰਕੇ ਜਿਹੜਾ ਨਹੀਂ ਕਰਨਾ, ਜਿਹੜਾ ਧਰਮ ਦੇ ਓਪੋਜਿਟ ਹੈ, ਅਸੀਂ ਉਹ ਕਰੀਏ। ਹਾਂਜੀ, ਤੇ ਇਹ ਚੀਜ਼ ਹੈਗੀ ਆ। ਠੀਕ ਹੈ, ਇਹ ਕਹਿੰਦੇ ਕਿ ਵਿਰਲੇ ਹੁੰਦੇ ਨੇ, ਜ਼ਿਆਦਾ ਨਹੀਂ ਹੁੰਦੇ ਜਿਹੜੇ ਲੜ ਕੇ ਮਾਰ ਦਿੰਦੇ ਨੇ ਇਹਨੂੰ। ਕਾਮ ਕ੍ਰੋਧ ਲੋਭ ਹੰਕਾਰ ਨੂੰ ਜਿਹੜੇ ਕਾਬੂ ਚ ਲੈ ਲੈਂਦੇ ਆ। ਹਾਂ, ਮਾਰਨ ਦਾ ਮਤਲਬ ਹੈ ਕਿ ਇਹਨਾਂ ਨੂੰ ਕੰਟਰੋਲ ਚ ਲੈ ਆਉਂਦੇ ਨੇ। ਹਾਂ, ਜਿਹੜੇ ਇਹ ਸ਼ਕਤੀਸ਼ਾਲੀ ਨੇ, ਇਹਨਾਂ ਦੀ ਸ਼ਕਤੀ ਖਤਮ ਕਰਨ ਵਾਲੇ ਬਹੁਤੇ ਲੋਕ ਨਹੀਂ ਹਨ ਜਿਹੜੇ ਇਸ ਮੰਦਰ ਦੇ। ਹਾਂਜੀ 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 ਬੇਟੀ। ਹਾਂਜੀ ਸਭ ਅੱਗੇ ਚਲੀਏ। ਹਾਂ ਅੱਗੇ ਆ ਗਿਆ। ਕਬੀਰ ਐਸਾ ਕੋ ਨਹੀਂ ਇਹ ਤਨ ਦੇਵੇ ਫੂਕ। ਕਬੀਰ ਜੀ ਫਿਰ ਉੱਥੇ ਖੜੇ ਆ। ਕਬੀਰ ਜੀ ਤਾਂ ਕਹਿੰਦੇ ਮੋਹ ਨੂੰ ਤਾਂ ਸਾੜਨਾ ਪਊਗਾ ਭਾਈ, ਫੂਕਣਾ ਪਊਗਾ ਮੋਹ ਨੂੰ। ਕਬੀਰ ਐਸਾ ਕੋ ਨਹੀਂ ਕਹਿੰਦੇ, ਕੋਈ ਲੱਭਦਾ ਹੀ ਨਹੀਂ ਮੈਨੂੰ। ਕਬੀਰ ਐਸਾ ਕੋ ਨਹੀਂ ਇਹ ਤਨ ਦੇਵੇ ਫੂਕ। ਅੰਧਾ ਲੋਕ ਨਾ ਜਾਣੇ ਹੀ ਰਹੋ ਕਬੀਰਾ ਕੂਕ। ਕਹਿੰਦੇ ਅੰਨੇ ਲੋਕੀ ਸਮਝਦੇ ਨਹੀਂ ਆ ਮੇਰੀ ਗੱਲ ਨੂੰ, ਮੈਂ ਕੀ ਕਹਿ ਰਿਹਾ। ਮੈਂ ਕੂਕ ਕੂਕ ਕੇ ਕਹਿ ਰਿਹਾ ਆ ਵੀ ਇਹ ਸਰੀਰ ਨੂੰ ਫੂਕਣਾ ਪਊਗਾ। ਇਹ ਜਿਹੜਾ ਹੈਗਾ ਸਰੀਰ ਨੂੰ ਫੂਕਣਾ ਪਊਗਾ, ਇਹ ਮੰਦਰ ਨੂੰ ਸਾੜਨਾ ਪਊਗਾ ਭਾਈ। ਇਹ ਸਰੀਰ ਟੈਂਪਰੇਰੀ ਹੈਗਾ, ਤੈਨੂੰ ਤੂੰ ਨਹੀਂ ਫੂਕੇਗਾ ਹੁਣ ਤੇ ਤੈਨੂੰ ਬਾਕੀ ਤਾਂ ਤੈਨੂੰ ਫੂਕ ਤਾਂ ਦੇਣਾ ਹੀ ਆ। ਇਹ ਸਰੀਰ ਨੇ ਤਾਂ ਫੂਕ ਹੀ ਜਾਣਾ ਹੈ ਪਿਆਰਿਆ। ਹੁਣੇ ਹੀ ਇਹਦਾ ਜਿਹੜਾ ਹੈਗਾ ਕੋਈ ਨਾ ਕੋਈ ਕੰਮ ਕਰ ਲੈ, ਇਸ ਚੋਂ ਇਹਦਾ ਫਾਇਦਾ ਚੁੱਕ ਲਾ ਹੁਣ।
ਜਦ ਤੱਕ ਤੇਰੇ ਸਰੀਰ ਦੇ ਵਾਸਤੇ ਜਿਹੜਾ ਸਰੀਰ ਜਿਹੜਾ ਜੋ ਕਹਿ ਰਿਹਾ ਹੈ, ਜੋ ਵੀ ਸਰੀਰ ਦੀਆਂ ਖਿੱਚਾਂ ਹੈਗੀਆਂ ਦੁਨੀਆ ਦੀ, ਇਹ ਜਿਹੜਾ ਹੈਗਾ ਮੱਛੀ ਦਾ ਚੋਗਾ ਹੈਗਾ, ਜਦ ਤੱਕ ਚੋਗੇ ਵੱਲ ਨੂੰ ਤੁਰਿਆ ਜਾ ਰਿਹਾ ਪਿਆਰਿਆ, ਤਦ ਤੱਕ ਤਾਂ ਜਿਹੜਾ ਹੈਗਾ ਇਹ ਗੱਲ ਬਣਨੀ ਨਹੀਂ ਹੈ ਭਾਈ। ਲੋਕੀ ਜਿਹੜੇ ਹੈਗੇ ਨਹੀਂ ਇਸ ਪਾਸੇ ਆ ਗੱਲ ਮੇਰੀ ਸਮਝ ਹੀ ਨਹੀਂ ਰਹੇ। ਕਬੀਰ ਜੀ ਕਹਿੰਦੇ ਅੰਧਾ ਲੋਗ ਨਾ ਜਾਣੇ ਰਹੋ ਕਬੀਰਾ ਕੂਕ। ਕਹਿੰਦੇ ਮੈਂ ਤਾਂ ਪੁਕਾਰ ਪੁਕਾਰ ਕੇ ਕਹਿ ਰਿਹਾ ਭਾਈ, ਸਰੀਰ ਦਾ ਮੋਹ, ਸਰੀਰ ਨੂੰ ਫੀਡ ਕਰਨਾ ਬੰਦ ਕਰ ਦਿਓ। ਇਹਨੂੰ ਓਨਾ ਕੁ ਫੀਡ ਕਰੋ ਜਿੰਨੇ ਨਾਲ ਇਹ ਹੈਲਦੀ ਰਹਿ ਜਾਏ, ਔਰ ਇਹਨੂੰ ਆਤਮਾ ਦਾ ਭੋਜਨ ਦਿਓ, ਆਤਮਾ ਦਾ ਭੋਜਨ। ਮਨ ਨੂੰ ਉਧਰ ਦਾ ਭੋਜਨ ਛਕਾਓ, ਮਨ ਨੂੰ ਜਿਹੜਾ ਹੈਗਾ ਸੁਣਨ ਦੇ ਵਿੱਚ, ਧਿਆਨ ਸਿਮਰਨ ਦੇ ਵਿੱਚ। ਉਹ ਜਿਹੜਾ ਅੰਮ੍ਰਿਤ ਨਾਮ ਹੈਗਾ, ਪਦਾਰਥ ਹੈਗਾ, ਉਹ ਇੱਕ ਬੂੰਦ ਇਹਨੂੰ ਚਖਾ ਦਿਓ। ਹਾਂਜੀ ਵੀਰ ਜੀ। ਹਾਂਜੀ ਕਬੀਰ ਜੀ ਇਹੋ ਕਹਿ ਰਹੇ ਨੇ ਕਿ ਜਿੱਦਾਂ ਇੱਕ ਅਗਨ ਆ, ਅੱਗ ਲੱਗੀ ਹੋਵੇ, ਤੁਸੀਂ ਉਹਦੇ 'ਚ ਲੱਕੜ ਪਾਈ ਜਾਓ, ਹਾਂ, ਉਹ ਅੱਗ ਨਹੀਂ ਜੇ ਹੋਣੀ ਸ਼ਾਂਤ। ਉਸ ਅੱਗ ਨੂੰ ਬੰਦ ਕਰਨ ਦਾ ਇੱਕ ਛੋਟਾ ਜਿਹਾ ਤਰੀਕਾ ਹੈ ਕਿ ਤੁਸੀਂ ਜਿਹੜੀ ਅੱਗ ਲੱਗ ਰਹੀ ਉਹਨੂੰ ਲੱਗ ਲੈਣ ਦਿਓ, ਤੇ ਜਿਹੜੀ ਹੋਰ ਲੱਕੜ ਨਾ ਪਾਓ ਉਹਦੇ 'ਚ। ਕਿਉਂਕਿ ਉਹ ਕਬੀਰ ਜੀ ਕਹਿੰਦੇ ਕਿ ਮੈਂ ਕੂਕ ਕੇ ਕਹਿ ਰਿਹਾ, ਮੈਂ ਬੜੀ ਉੱਚੀ ਉੱਚੀ ਦੱਸ ਰਿਹਾ ਕਿ ਤੂੰ ਜਿਹੜੇ ਚੱਕਰਾਂ 'ਚ ਫਿਰਦਾ ਹੈ ਨਾ, ਉਹ ਚੱਕਰਾਂ 'ਚ ਤੂੰ ਪਹਿਲਾਂ ਵੀ ਬਹੁਤ ਵਾਰੀ ਘੁੰਮ ਚੁੱਕਿਆ। ਬਿਲਕੁਲ ਸਹੀ ਹੈ ਜੀ। ਅੰਧਾ ਲੋਗੋ ਨਾ ਜਾਏ ਰਹੋ ਕਬੀਰੇ ਕਬੀਰਾ ਕੂਕ। ਕਹਿੰਦਾ ਕਿ ਹਾਂ, ਕਹਿੰਦੇ ਜਗਤ ਜਿਹੜਾ ਹੈਗਾ ਸੰਸਾਰ ਆ, ਉਹ ਵੇਖੋ ਅੰਨਾ ਕਿਹਾ ਉਹਨਾਂ ਨੇ ਕਿ ਅਕਲ ਤੋਂ ਅੰਨਾ ਹੈ। ਬਿਲਕੁਲ। ਬੇਸ਼ੱਕ ਧਾਰਮਿਕ ਗ੍ਰੰਥਾਂ 'ਚ ਲਿਖਿਆ। ਆਪ ਜਸਟ ਦੇਖੋ ਗੁਰੂ ਗ੍ਰੰਥ ਸਾਹਿਬ 'ਚ ਜਾ ਕੇ ਵੇਖੋ, ਦਰਬਾਰ ਸਾਹਿਬ, ਮੈਂ ਤੁਹਾਨੂੰ ਹੁਣੇ ਫੋਟੋਆਂ ਭੇਜ ਦਿੰਦਾ ਬਾਬੇ ਸ਼ਹੀਦਾਂ ਦੀਆਂ, ਕਿੱਦਾਂ ਲੰਮੇ ਪੈ ਕੇ ਬੰਦਾ ਪਤਾ ਨਹੀਂ ਕੀ ਨਾਟਕ ਕਰਨ ਦਿਆ ਉੱਥੇ, ਕਿ ਜਿੱਦਾਂ ਪਤਾ ਨਹੀਂ ਅੱਜ ਹੀ ਬ੍ਰਹਮ ਗਿਆਨੀ ਹੋ ਜਾਣਾ। ਤੇ ਜੇ ਉਹਨੂੰ ਕਹੋ ਕਿ ਵਿੱਚ ਕੁਝ ਲਿਖਿਆ, ਉਹਨੂੰ ਪੜ੍ਹ ਉਹ ਤੇ ਚੱਲ, ਉਹ ਨਹੀਂ ਕਹਿੰਦੇ। ਨਹੀਂ ਉਹ ਨਹੀਂ ਕਰਨਾ ਉਹਨਾਂ ਨੇ। ਉਹ ਤਾਂ ਉਹ ਨਹੀਂ ਕਰਦੇ ਭਾਈ। ਉਹ ਤਾਂ ਉਹਦੇ ਵਿੱਚ ਤੁਸੀਂ ਉੱਥੇ ਵੇਖ ਲਓ, ਜਿਹੜੇ ਗੁਰਦੁਆਰੇ 'ਚ ਮੈਨੇਜਰ ਨੇ ਜਾਂ ਉੱਥੇ ਬਾਬੇ ਬੈਠੇ ਨੇ, ਕਿਸੇ ਨੂੰ ਕਹੋ ਕਿ ਆ ਜਿਹੜਾ ਤੁਸੀਂ ਬਾਣੀ ਦਾ ਪ੍ਰਚਾਰ ਕਰਦੇ, ਸਾਰਾ ਦਿਨ ਪੜ੍ਹਾਈ ਜਾਂਦੇ ਜੋ ਲੋਕਾਂ ਨੂੰ, ਇਹਦੇ ਤੇ ਤੁਸੀਂ ਚੱਲਦੇ ਜੋ ਆਪ। ਕਹਿੰਦੇ ਉਹ ਕਿਹੜਾ ਵਿਸ਼ਾ ਹੈ? ਇਹ ਨਹੀਂ ਹੈ ਕਥਾ ਕਰਨ ਬਾਰੇ ਗੱਲ ਹੋਈ ਹੈ। ਨਹੀਂ ਕਹਿੰਦੇ ਇਹਦਾ ਤਾਂ ਪਾਠ ਕਰਨਾ ਹੈ, ਬਸ ਪਾਠ ਕਰੀ ਜਾ ਰਹੇ ਹਾਂ ਅਸੀਂ, ਸਾਨੂੰ ਤਾਂ ਜ਼ੁਬਾਨੀ ਯਾਦ ਆ। ਸਾਨੂੰ ਸਾਰਾ ਪਤਾ, ਅਸੀਂ ਵਿਦੰਤੀ ਹੈਗੇ ਆ, ਸਾਨੂੰ ਸਭ ਪਤਾ। ਫਿਰ ਬਾਣੀ ਕਹਿੰਦੀ ਪੜ ਗੱਡੇ ਲੱਦੀਏ, ਤੂੰ ਕਿਤੇ ਪੜ ਕੇ ਐਵੇਂ ਨਾ ਸਵਾਦ ਲਈ ਜਾਵੀਂ। ਉਹ ਪ੍ਰੋਸੀਜਰ ਹੈਗਾ, ਉਹ ਤੈਨੂੰ ਇੰਸਟਰਕਸ਼ਨ ਦਿੱਤੀ ਆ ਕਿ ਮਸ਼ੀਨ ਨੂੰ ਚਲਾਉਣ ਦੀ। ਤੂੰ ਕੱਲੀ ਇੰਸਟਰਕਸ਼ਨ ਪੜ ਕੇ ਤੇ ਫੀਲਿੰਗ ਨਾ ਲਈ ਜਾ, ਕਿਉਂਕਿ ਮਸ਼ੀਨ ਤੇ ਤੇਰੀ ਬਚ ਨਹੀਂ ਰਹੀ। ਉਹਦੇ ਚ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੂਪੀ ਅੱਗਾਂ ਲੱਗੀਆਂ ਨੇ, ਔਰ ਤੂੰ ਆਪਣੇ ਹੱਥੀਂ ਉਹਨੂੰ ਅੱਗਾਂ ਨੂੰ ਵਧਾਇਆ। ਤੇ ਜੇ ਤੂੰ ਆਪ ਨਹੀਂ ਉੱਥੇ ਕੁਝ ਕਰ ਸਕਦਾ ਤੇ ਦੂਜੇ ਨੇ ਕਿਸੇ ਨੇ ਕੀ ਕਰਨਾ ਹੈ? ਤੂੰ ਅੰਦਰ ਬੈਠਾ। ਫਿਰ ਕਹਿੰਦੇ ਆ ਕਿ ਮੈਂ ਬੜੀ ਉੱਚੀ ਉੱਚੀ ਰੌਲਾ ਪਾ ਕੇ ਸਮਝਾ ਰਿਹਾ। ਕੂਕ ਕਹਿ ਰਹੇ ਨੇ, ਕਬੀਰਾ ਕੂਕ, ਮੈਂ ਉੱਚੀ ਉੱਚੀ ਕਰਕੇ ਕਹਿ ਰਿਹਾ। ਕਬੀਰ ਜੀ ਕਿੰਨਾ ਵੀ ਕਹਿ ਗਏ ਨੇ, ਕੋਈ ਬੰਦਾ ਮੰਨਣ ਨੂੰ ਤਿਆਰ ਹੈ? ਤੁਸੀਂ ਕਹੋਗੇ ਕਿਸੇ ਬੰਦੇ ਨੂੰ, ਉਹਨੂੰ ਕਹੋਗੇ, ਉਹ ਕਹੂਗਾ ਭਾਈ ਮੇਰੇ ਤੋਂ ਲਿਪੇਗਾ 1 ਲੱਖ 2 ਲੱਖ ਲੈ ਲਓ, ਮੈਂ ਸੇਵਾ ਕਰ ਦਿੰਦਾ, ਇੱਥੇ ਸਨਾਹ ਬਣਾ ਦਿੰਦਾ, ਸੋਨੇ ਦਾ ਕੋਈ ਰੁੱਖ ਇੱਥੇ ਪੱਤਰਾ ਲਾ ਦਿੰਦਾ ਰੁੱਖ ਦੇ ਉੱਤੇ, ਜੇ ਪਾਲਕੀ ਬਣਾਉਣੀ ਹੈ ਤੇ ਗੱਲ ਕਰੋ। ਬਾਕੀ ਆਹ ਜਿਹੜੀ ਲੈਣ ਆ, ਇਹ ਲੈਣ ਨਹੀਂ ਮੇਰੇ ਵੱਸ ਦੀ ਗੱਲ। ਪਰ ਕਬੀਰ ਜੀ ਉਹ ਜੇ ਕਹਿ ਰਹੇ ਨੇ ਕਿ ਮੈਂ ਤੇ ਬੜੀ ਉੱਚੀ ਉੱਚੀ ਸਮਝਾ ਰਿਹਾ, ਪਰ ਬੰਦਾ ਨਹੀਂ ਮੰਨਦਾ, ਕਿਉਂਕਿ ਬੰਦੇ ਦਾ ਸੁਭਾਅ ਹੀ ਏਦਾਂ ਦਾ ਵਾ ਕਿ ਇਹ ਬਾਹਰੋਂ ਧਾਰਮਿਕ ਨਜ਼ਰ ਆਉਣਾ ਚਾਹੁੰਦਾ ਹੈ। ਕੋਈ ਵੀ ਮਨੁੱਖ ਜਿਹੜਾ ਹੈ ਧਾਰਮਿਕ ਨਹੀਂ ਬਣਨਾ ਚਾਹੁੰਦਾ। ਇਸੇ ਕਰਕੇ ਬਾਣੀ 'ਚ ਕਹਿ ਗਿਆ ਹੈ, ਕੋਟਨ ਮੇਂ ਏਕ, ਕਰੋੜਾਂ ਦੇ ਵਿੱਚ ਇੱਕ ਬੰਦਾ ਹੈ ਜਿਹੜਾ ਇਹ ਧਾਰਮਿਕ ਰਸਤੇ ਤੇ ਚੱਲਦਾ ਹੈ, ਜਿਹੜਾ ਆਪਣੇ ਆਪ ਨੂੰ ਬਦਲ ਕੇ ਉਸ ਬ੍ਰਹਮ ਵਿੱਚ ਲੀਨ ਹੋਣ ਦੀ ਕੋਸ਼ਿਸ਼ ਕਰਦਾ। ਇਹੋ ਹੀ ਹੈ ਜੀਵਨ ਦਾ ਨਿਚੋੜ। ਤੇ ਜੇ ਕੋਈ ਏਡੀ ਵੱਡੀ ਛਾਲ ਮਾਰ ਜਾਂਦਾ ਹੈ ਤੇ ਉਹਦੀ ਛਾਲ ਮਾਰੀ ਫਲ ਤੋਂ ਰਹਿਤ ਨਹੀਂ ਰਵੇਗੀ, ਉਹਨੂੰ ਪ੍ਰਾਪਤੀ ਹੋਵੇਗੀ, ਉਸਨੂੰ ਬ੍ਰਹਮ ਦੀ ਪ੍ਰਾਪਤੀ ਹੋਵੇਗੀ। ਔਰ ਉਸ ਬ੍ਰਹਮ ਦੀ ਪ੍ਰਾਪਤੀ ਹੋਵੇਗੀ ਜਿਉਂਦੇ ਜੀ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ, ਨਾਰੀਅਲ ਦੀ ਪੱਕੀ ਗਿਰੀ ਵਾਂਗੂ ਤੁਹਾਡੇ ਤੋਂ ਲੱਗ ਹੋਣ। ਔਰ ਉਸ ਤੋਂ ਬਾਅਦ ਤੁਸੀਂ ਆਪਣਾ ਜੀਵਨ ਵੇਖ ਲਿਓ, ਉਸ ਜੀਵਨ ਦੀ ਕੋਈ ਕੀਮਤ ਨਹੀਂ ਹੈ, ਨਾ ਹੀ ਕੋਈ ਦੇ ਸਕਦਾ। ਉਹਦੇ ਜਸਟ ਪ੍ਰਮਾਤਮਾ ਦਾ ਫਲ ਹੈ। ਜੇ ਕੋਈ ਚੱਲਦਾ ਹੈ ਤੇ ਉਹ ਉਹਦੀ ਝੋਲੀ ਚ ਪਾ ਦਿੰਦਾ ਹੈ, ਉਸ ਦੀ ਕੀਮਤ ਨਹੀਂ ਹੈ। ਉਹ ਲਾਲ ਹੈ, ਰਤਨ ਹੈ, ਨਾਮ ਕਹਿ ਲੋ, ਕੁਛ ਵੀ ਕਹਿ ਲੋ, ਬ੍ਰਹਮ ਗਿਆਨ ਕਹਿ ਲੋ, ਆਤਮ ਗਿਆਨ ਕਹਿ ਲੋ,
ਸਭ ਉਹਦੀ ਕਿਰਪਾ ਹੈ ਤੇ ਉਹ ਬੰਦੇ ਨੂੰ ਦਿੰਦਾ ਹੈ, ਪਰ ਦਿੰਦਾ ਉਹਨੂੰ ਹੈ ਜਿਹੜਾ ਚਾਹੁੰਦਾ। ਤੇ ਜਿਹੜਾ ਐਵੇਂ ਰਾਹ ਹੀ ਪੁੱਛਦਾ ਰਹਿੰਦਾ ਵਾ, ਤੁਸੀਂ ਆਪ ਸਿਆਣੇ ਜੋ, ਇੱਥੇ ਮੇਰੇ ਵਰਗਾ ਹਰ ਦਿਨ ਦਿੱਲੀ ਦਾ ਰਾਹ ਪੁੱਛੀ ਜਾਵੇ, ਕਿਤਾਬਾਂ ਪੜ੍ਹੀ ਜਾਵੇ, ਇੰਨਾ ਸਫ਼ਰ, ਇੰਨੇ ਕਿਲੋਮੀਟਰ, ਇੰਨੇ ਢਾਬੇ ਰਾਹ 'ਚ ਮਿਲਣ ਲੱਗੇ, ਏਦਾਂ ਦਿਨ ਹੈ ਕਿ ਰਾਤ 'ਚ ਮੈਂ ਸਫ਼ਰ ਕਰਨਾ ਹੈ, ਕਦੋਂ ਕਰਨਾ ਹੈ, ਮੈਂ ਟਰੱਕ ਤੇ ਜਾਣਾ, ਬੱਸ ਤੇ ਜਾਣਾ। ਕੀ ਇਹਨਾਂ ਜਾਣਕਾਰੀਆਂ ਨੂੰ ਪੜ੍ਹਨ ਦੇ ਨਾਲ ਸੱਚੀ ਮੈਂ ਦਿੱਲੀ ਪਹੁੰਚ ਜਾਵਾਂਗਾ? ਆਪ ਮੰਨਦੇ ਜੋ? ਨਾ ਬਿਲਕੁਲ ਨਹੀਂ। ਦੇਖ ਲਓ ਭਾਈ ਗੁਰਦਾਸ ਜੀ ਕਹਿੰਦੇ ਆ, ਪੂਛਤ ਪਥਿਕ ਤੇਹ ਮਾਰਗ ਨਾ ਧਾਰੇ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਉਹਨਾਂ ਨੂੰ ਪਤਾ ਹੈ ਕਿ ਏਦਾਂ ਬੰਦੇ ਕਰਦੇ ਆ। ਕਹਿੰਦੇ ਗੱਲੀ ਬੱਤੀ, ਗੱਲੀ ਬੱਤੀ ਅਸੀਂ ਬਹੁਤ ਚੰਗੇ ਮੰਨਦੇ ਹਾਂ। ਫਿਰ ਬਾਣੀ ਚ ਤੁਕ ਆਉਂਦੀ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਬਿਲਕੁਲ। ਤੇ ਉੱਥੇ ਫਿਰ ਪ੍ਰੋਬਲਮ ਹੋ ਜਾਂਦੀ ਆ। ਤੇ ਇਹ ਚੀਜ਼ ਨੂੰ ਆਪਾਂ ਸਮਝੀਏ। ਸਭ ਤੋਂ ਪਹਿਲੀ ਗੱਲ ਤੇ ਆਪਾਂ ਇਸ ਟਾਈਮ ਜਿਹੜੀ ਵਿਚਾਰ ਕਰ ਰਹੇ ਹਾਂ, ਤੇ ਕੋਈ ਬਾਣੀ ਦੇ ਵਿੱਚ ਇਹ ਗੱਲਾਂ ਲਿਖੀਆਂ ਨੇ, ਇਹ ਦੱਸਦਾ ਕੌਣ ਪਿਆ ਹੈ? ਕਿਉਂ ਨਹੀਂ ਦੱਸਦੇ? ਕਿਦੋਂ ਦੱਸਣਾ ਹੈ? ਕਦੋਂ ਦੱਸਣਾ ਹੈ? ਟੀਵੀ ਤੇ ਪਤਾ ਨਹੀਂ ਕੀ ਬਾਬਾ ਪਤਾ ਨਹੀਂ ਬੋਲੀ ਜਾਂਦਾ ਹੈ, ਪਤਾ ਨਹੀਂ ਕਿਹੜੀਆਂ ਕਹਾਣੀਆਂ ਤੇ ਕਿਹੜੇ ਜੁਮਲੇ ਸੁਣਾਈ ਜਾਂਦਾ ਹੈ, ਪੁਰਾਣੀਆਂ ਬੀਤੀਆਂ ਗੱਲਾਂ। ਉਹ ਤੂੰ ਪੁਆਇੰਟ ਟੂ ਪੁਆਇੰਟ ਗੱਲ ਕਰ। ਅਗਲੇ ਨੂੰ ਦੱਸ ਕਿਆ ਲਿਖਿਆ। ਕਬੀਰ ਜੀ ਲਿਖ ਕੇ ਗਏ ਨੇ, ਕੁੱਕਾ ਮਾਰ ਰਹੇ ਨੇ, ਉਹ ਕਹਿੰਦੇ ਸੱਚ ਤੇ ਚੱਲੋ। ਦੱਸੋ ਲੋਕਾਂ ਨੂੰ। ਇਹ ਕਾਮ ਕ੍ਰੋਧ ਲੋਭ ਮੋਹ ਨੂੰ ਮਾਰਨਾ ਹੈ। ਤੁਸੀਂ ਕਹਿੰਦੇ ਪਾਠ ਪੜੋ ਤੇ ਘਰ ਨੂੰ ਆ ਜਾਓ। ਔਰ ਦੇਖੋ ਗੁਰਗੀ ਸਾਹਿਬ, ਹੁਣ ਵੀ ਦੇਖੋ ਜਿਹੜਾ ਹੈਗਾ, ਹੁਣ ਵੀ ਸਾਖੀਆਂ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਹੈਗੀਆਂ, ਉਹਨਾਂ ਨੂੰ ਇੰਪੋਰਟੈਂਸ ਦਿੰਦੇ ਆ। ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਹੈਗੀ, ਉਹ ਕੀ ਕਹਿ ਕੇ ਗਏ ਆ, ਕੀ ਕਹਿੰਦੇ ਆ ਕੰਮ ਕਰਨ ਵਾਸਤੇ, ਉਹਨੂੰ ਕੋਈ ਨਹੀਂ ਦੇਖਦਾ ਭਾਈ। ਸਾਖੀ ਨੂੰ ਜ਼ਿਆਦਾ ਜਾਂਦੇ ਆ। ਮੈਂ ਕਹਿੰਦਾ ਇੱਥੇ ਉਧਰ ਨਹੀਂ, ਉਧਰ ਨਗਰ ਕੀਰਤਨ ਤੇ ਗਏ, ਮੈਂ ਵੀ ਗਿਆ, ਵੇਖਿਆ ਦੁਨੀਆ, ਪਤਾ ਹੀ ਨਹੀਂ ਕਿੰਨੀ ਕੁ ਦੁਨੀਆ ਇਕੱਠੀ ਹੋਈ ਹੈ। ਪਰ ਉਹ ਮਕਸਦ ਕੀ ਹੈ? ਕੀ ਹੈ ਉਹ ਮਕਸਦ ਸਾਡੇ ਜੀਵਨ ਦਾ? ਉਹਦੇ ਬਾਰੇ ਕੋਈ ਗੱਲ ਕਰਨਾ ਚਾਹੁੰਦਾ ਵੀ ਨਹੀਂ। ਵੈਸੇ ਪਤਾ ਨਹੀਂ ਆ। ਮੈਂ ਤੇ ਕਹਿੰਦਾ ਕਿ ਚਲੋ ਏਦਾਂ ਕਰੋ ਕਿ ਤੁਸੀਂ ਇੱਕ ਡਿਵਾਈਡ ਕਰੋ। ਜੇ ਕੋਈ ਗੂੜ ਗਿਆਨ ਲੈਣਾ ਚਾਹੁੰਦਾ ਤਾਂ ਉਹਦੇ ਲਈ ਵੱਖਰੀ ਇੱਕ ਕਲਾਸ ਬਣਾਓ, ਤਪ ਸਥਾਨ ਬਣਾਓ। ਉੱਥੇ ਦੱਸੋ ਲੋਕਾਂ ਨੂੰ ਕੀ ਹੈ ਜਿਹੜਾ ਬਾਹਰਲਾ ਜਿਹੜਾ ਤੁਸੀਂ ਕਾਰਮ ਕਰ ਰਹੇ, ਜੋ ਬੱਚਿਆਂ ਦਾ ਕੰਮ ਹੈਗਾ, ਛੋਟੇ ਛੋਟੇ ਬੱਚਿਆਂ ਲਈ ਪਹਿਲੀ ਦੂਜੀ ਕਲਾਸ। ਤੇ ਜੇ ਕੋਈ ਵੱਡੀ ਹਾਇਰ ਲੈਵਲ ਦੀ ਆਤਮ ਗਿਆਨ ਦੀ ਐਜੂਕੇਸ਼ਨ ਲੈਣਾ ਚਾਹੁੰਦਾ, ਇੱਥੇ ਆਓ ਅੰਦਰ, ਤੁਹਾਡੇ ਨਾਲ ਗਹਿਰੀ ਗੱਲ ਕਰੀਏ। ਜੇ ਕੋਈ ਡੀਪ ਜਾਣਾ ਚਾਹੁੰਦਾ, ਨਿੱਜਾ ਸਾਹਿਬ ਬਿਲਕੁਲ ਸਹੀ ਹੈ ਜੀ। ਤੁਸੀਂ ਸਾਰਿਆਂ ਨੂੰ ਇੱਕੋ ਕਲਾਸ ਚ ਬਾਓਗੇ ਤੇ ਕਿੱਥੋਂ ਗੱਲ ਬਣੇਗੀ? ਉੱਥੇ ਡੀਪ ਗੱਲ ਕਰਨ ਵਾਸਤੇ ਕੋਈ ਬੈਠਾ ਹੋਵੇ, ਕੋਈ ਇੰਚਾਰਜ, ਔਰ ਬੰਦਾ ਵੀ ਉੱਥੇ ਉਹ ਬੈਠਾ ਹੋਵੇ ਜਿਹਦੇ ਪੱਲੇ ਕੁਛ ਹੈ, ਜਿਹੜਾ ਪ੍ਰੈਕਟੀਕਲ ਆਪ ਕਰਦਾ, ਜਿਹਨੇ ਗੁੜ ਆਪ ਨਹੀਂ ਖਾਦਾ, ਜਿਹਨੇ ਇੱਕ ਹਫ਼ਤਾ। ਬਿਲਕੁਲ। ਉਹ ਬੰਦਾ ਹੀ ਨਹੀਂ ਲੱਭਣਾ ਪਹਿਲੀ ਗੱਲ ਇਹਨਾਂ ਨੂੰ। ਤੇ ਜੇ ਲੱਭ ਵੀ ਗਿਆ ਤੇ ਉਹਦੀ ਸ਼ਕਲ ਵੀ ਏਦਾਂ ਦੀ ਹੋਣੀ, ਇਹਨਾਂ ਨੂੰ ਪਸੰਦ ਨਹੀਂ ਹੋਣੀ। ਬਿਲਕੁਲ। ਉਹਦਾ ਸਿਸਟਮ ਵੱਖਰਾ ਹੋਣਾ। ਸੋ ਕਹਿਣ ਤੋਂ ਭਾਵ ਏਦਾਂ ਹੀ ਹੈ। ਠੀਕ ਹੈ ਜੀ, ਅੱਗੇ ਚਲੀਏ। ਅੱਗੇ ਕਬੀਰ ਜੀ ਨੂੰ ਮਿਲ ਗਿਆ ਬੰਦਾ ਭਾਈ। ਕਬੀਰ ਜੀ ਕਹਿੰਦੇ, ਹਾਲੇ ਤੱਕ ਕਹਿੰਦੇ ਸੀ ਕਬੀਰ ਐਸਾ ਕੋ ਨਹੀਂ ਇਹ ਤਨ ਦੇਵੇ ਫੂਕ, ਅੰਧਾ ਲੋਕ ਨਾ ਜਾਣੇ ਰਹਿਓ ਕਬੀਰਾ ਕੂਕ। ਹੁਣ ਅੱਗੇ 85ਵਾਂ ਆ ਗਿਆ, ਮਿਲ ਗਿਆ ਭਾਈ। ਕਬੀਰ ਸਤੀ ਪੁਕਾਰੇ ਚਿਹ ਚੜੀ, ਸੁਨੋ ਬੀਰ ਮਸਾਨ। ਚਿਹ ਕਹਿੰਦੇ ਚਿਤਾ ਚਿਖਾ। ਲੱਭ ਗਿਆ ਬੰਦਾ। ਕਹਿੰਦਾ ਮੈਨੂੰ ਨਹੀਂ ਚਾਹੀਦਾ ਭਾਈ, ਮੈਨੂੰ ਤਾਂ ਮੇਰਾ ਪਤੀ ਚਾਹੀਦਾ ਹੈ। ਮੈਂ ਤਾਂ ਮਤਲਬ ਜਿਹੜੀ ਹੈਗੀ, ਮੈਂ ਤਾਂ ਉਹ ਕਰੂੰਗੀ। ਕਹਿੰਦੇ ਕੀ ਕਰਦੇ ਹੁੰਦੇ ਸੀ ਜਿਹੜੇ ਹੈਗੇ, ਉਹ ਸੜ ਜਾਂਦੀ ਸੀ ਪਤੀ ਦੀ ਚਿਤਾ ਦੇ ਨਾਲ। ਸਤੀ ਪ੍ਰਥਾ ਆ ਲੱਭ ਗਈ ਸਤੀ ਭਾਈ। ਆ ਸਤੀ ਲੱਭ ਗਈ ਆ, ਕਬੀਰ ਜੀ ਨੂੰ ਲੱਭ ਗਈ। ਕਬੀਰ ਸਤੀ ਪੁਕਾਰੇ ਚਿਹ ਚੜੀ, ਚਿਖਾ ਤੇ ਚੜ੍ਹ ਗਈ। ਬਿਲਕੁਲ ਓਪਨ। ਸੁਨੋ ਬੀਰ ਮਸਾਨ। ਕਹਿੰਦੇ ਮੈਨੂੰ ਨਹੀਂ ਦੁਨੀਆ ਚਾਹੀਦੀ, ਮੈਨੂੰ ਤਾਂ ਭਾਈ ਮਸਾਨ ਚਾਹੀਦੀ ਆ, ਮਸਾਨ। ਕਿਉਂਕਿ ਅਲਟੀਮੇਟਲੀ ਮੈਂ ਜਾਣਾ ਮਸਾਨ ਦੇ ਵਿੱਚ, ਚੁੱਪ ਹੋ ਜਾਣਾ ਉੱਥੇ, ਸੁੰਨ ਦੇ ਵਿੱਚ ਜਾਣਾ। ਮਸਾਨ ਕੀ ਹੈਗੀ? ਆਪਣੀ ਸੁੰਨ। ਆ ਜਿਹੜੀ ਸਰੀਰ ਦੇ ਸਾਰੇ ਜਿਹੜੇ ਸਰੀਰ ਦੀਆਂ ਖਿੱਚਾਂ ਜਿਹੜੀਆਂ ਹੈਗੀਆਂ, ਇਹਨਾਂ ਨੂੰ ਕੰਟਰੋਲ ਕਰਨਾ, ਸੁੰਨ ਦੇ ਵਿੱਚ ਸੁਰਤ ਨੂੰ ਲੈ ਕੇ ਜਾਣਾ, ਆਤਮ ਦੇ ਵੱਲ, ਆਤਮਾ ਵੱਲ। ਆਇਆ ਮਸਾਨ। ਕਬੀਰ ਸਤੀ ਪੁਕਾਰੇ ਚਿਹ ਚੜੀ, ਸੁਨੋ ਬੀਰ ਮਸਾਨ। ਲੋਗ ਸਬਾਇਆ ਚੱਲ ਗਇਓ, ਹਮ ਤੁਮ ਕਾਮ ਨਿਦਾਨ। ਕਹਿੰਦੇ ਲੋਕੀ ਦੁਨੀਆ ਖਾਲੀ ਹੱਥ ਚਲੀ ਗਈ, ਕੋਈ ਨਹੀਂ ਇਸ ਪਾਸੇ ਆਇਆ।
ਕਹਿੰਦੇ ਬਸ ਮੇਰਾ ਤਾਂ ਤੇਰੇ ਨਾਲ ਕੰਮ ਹੈਗਾ ਭਾਈ, ਤੇਰੇ ਨਾਲ ਹੀ ਗੱਲ ਬਣਨੀ ਆ। ਮੈਂ ਮੇਰੇ ਪਤੀ ਨੂੰ ਮਿਲਣਾ ਹੈ, ਤੇਰੇ ਦੁਆਰਾ ਹੀ ਮਿਲਣਾ ਹੈ। ਇਹ ਸੁੰਨ ਮੰਡਲ ਦੇ ਵਿੱਚੋਂ ਦੀ ਮੈਨੂੰ ਮਿਲਿਆ, ਤੇਰੇ ਨਾਲ ਪਰਮਾਤਮਾ ਦੇ ਨਾਲ ਮੁਲਾਕਾਤ ਹੋਣੀ ਹੈ। ਹਾਂਜੀ ਵੀਰ ਜੀ। ਉਹ ਫਿਰ ਕਬੀਰ ਜੀ ਕਹਿੰਦੇ ਕਿ ਸਤੀ ਪੁਕਾਰੇ ਚਿਹ ਚੜੀ, ਕਬੀਰ ਸਤੀ ਪੁਕਾਰੇ ਇਹ ਚੜੀ, ਸੁਨ ਹੋ ਮਸਾਨ, ਵੀਰ ਮਸਾਨ। ਹੇ ਮੇਰੇ ਵੀਰ ਮਸਾਨ, ਸੁਨ ਮੰਡਲ ਉਹਨੂੰ ਕਹਿ ਰਹੇ ਮਸਾਨ। ਲੋਗ ਸਬਾਇਆ ਚੱਲ ਗਇਓ, ਹਮ ਤੁਮ ਕਾਮ ਨਿਦਾਨ। ਕਹਿੰਦੇ ਮੇਰਾ ਤੇਰੇ ਨਾਲ ਕੰਮ ਆ, ਇਕੱਲੇ ਦੇ ਨਾਲ, ਸੁਨ ਮੰਡਲ ਦੇ ਨਾਲ। ਲੋਕੀ ਸਾਰੇ ਖਾਲੀ ਹੱਥ ਚਲੇ ਗਏ, ਕੋਈ ਨਹੀਂ ਗਿਆ ਸੁਨ ਮੰਡਲ ਦੇ ਵਿੱਚ। ਹਾਂਜੀ ਵੀਰ ਜੀ। ਹਾਂ, ਸੁਨ ਮੰਡਲ ਦਾ ਮਤਲਬ ਹੈ ਕਿ ਐਸੀ ਮਰਨੀ ਜੋ ਮਰੇ, ਬੌੜ ਨਾ ਮਰਨਾ ਹੋਵੇ। ਹਾਂ, ਕਾਮ ਕ੍ਰੋਧ ਨੂੰ ਮਾਰ ਦੇਣਾ, ਲੋਭ ਨੂੰ ਮਾਰ ਦੇਣਾ, ਮੋਹ ਨੂੰ ਮਾਰ ਦੇਣਾ, ਹੰਕਾਰ ਨੂੰ ਮਾਰ ਦੇਣਾ, ਇਹਨਾਂ ਨੂੰ ਸ਼ਕਤੀਹੀਨ ਕਰ ਦੇਣਾ, ਇਹਨਾਂ ਨੂੰ ਮਾਰ ਦੇਣਾ ਹੈ। ਹਾਂ, ਮਨ ਨੂੰ ਉੱਡਣੋਂ ਰੋਕ ਦੇਣਾ। ਬਸ ਮਨ ਜਿਹੜਾ ਚਾਰੋਂ ਪਾਸੇ ਘੁੰਮਦਾ ਪਤੰਦਰ, ਇਹਨੂੰ ਸੁੰਨ ਦੇ ਵਿੱਚ ਲੈ ਜਾਣਾ। ਬਸ ਇਹਦਾ ਸੈੱਲ ਕੱਢ ਲੈਣੇ, ਬੈਟਰੀ ਇਹਦੀ ਕੱਢਣੀ ਹੈ ਮਨ ਦੀ। ਰਾਮਾਨੰਦ ਜੀ ਕਹਿੰਦੇ ਨਾ ਕਿ ਕਤ ਜਾਈਏ ਰੇ ਕਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ, ਮਨ ਭਇਓ ਪੰਗ। ਅਪੰਗ, ਕਿੱਥੇ ਜਾਵਾਂ, ਮੇਰਾ ਚਿੱਤ ਨਹੀਂ ਚੱਲਦਾ। ਕਤ ਜਾਈਏ ਰੇ ਕਰ ਲਾਗੋ ਰੰਗ, ਕਹਿੰਦੇ ਕਿ ਮੇਰੇ ਸਰੀਰ 'ਚ ਰੰਗ ਲੱਗ ਗਿਆ, ਹੁਣ ਮੈਂ ਕਿੱਥੇ ਜਾਵਾਂ। ਤੇ ਜੇ ਮੈਂ ਹਜੇ ਵੀ ਸੋਚਦਾ ਹੈ ਕਿ ਉਹ ਪ੍ਰਮਾਤਮਾ ਕਿਤੇ ਬਾਹਰ ਬੈਠਾ ਹੈ, ਗ੍ਰੰਥਾਂ 'ਚ ਤੇ ਏਦਾਂ ਕਿਤੇ ਲਿਖਿਆ ਨਹੀਂ। ਆਪ ਦੇਖ ਦੋ, ਮੈਨੂੰ ਕਿਤੇ ਇੱਕ ਤੁੱਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਸਾਰੇ, ਮੈਨੂੰ ਇੱਕ ਲਾਈਨ ਕੱਢ ਕੇ ਦੱਸੋ, ਇਹ 'ਚ ਇੱਕ ਵੀ ਲਾਈਨ ਲਿਖੀ ਆ ਉੱਥੇ ਲਿਖਿਆ ਕਿ ਬਾਹਰ ਹੈ ਰੱਬ, ਕਿ ਮੰਦਿਰ 'ਚ, ਕਿ ਗੁਰਦੁਆਰੇ 'ਚ ਕਿਸੇ 'ਚ ਬੈਠਾ ਹੈ। ਆਪ ਕਹਿ ਦੋ, ਜਾਂ ਕੋਈ ਅਸਮਾਨ, ਚੰਦਰਮਾ, ਸੂਰਜ ਜਾਂ ਕਿਸੇ ਹੋਰ ਗ੍ਰਹਿ ਤੇ ਬੈਠਾ ਹੈ। ਉਹ ਕਹਿੰਦੇ ਕਿ ਨਹੀਂ ਬਈ, ਏਦਾਂ ਦੀ ਕੋਈ ਗੱਲ ਬਾਤ ਨਹੀਂ ਹੈ। ਜਿੱਥੇ ਤੂੰ ਬੈਠਾ ਉੱਥੇ ਬੈਠਾ ਹੈ, ਤੇਰੇ ਨਾਲ ਹੀ ਬੈਠਾ ਹੈ। ਕਿਉਂਕਿ ਜਦੋਂ ਤੂੰ ਉਹਨੂੰ ਦੂਰ ਬਣਾ ਦੇਂਗਾ, ਫਿਰ ਤੂੰ ਆਪਣੇ ਮੂਰਖ ਜਾਣੇ ਦੂਰ, ਏਦਾਂ ਦੀ ਤੁਕ ਵੀ ਆਉਂਦੀ ਹੈ। ਬਿਲਕੁਲ, ਅੰਡਾ ਮੂਰਖ ਜਾਣੇ ਦੂਰ, ਏਦਾਂ ਦੀ ਤੁਕ ਆਉਂਦੀ ਹੈ। ਇਹ ਬੰਦਾ ਸਮਝਦਾ ਬਹੁਤ ਦੂਰ ਹੈ, ਦੂਰ ਨਹੀਂ ਹੈਗਾ, ਤੇਰੇ ਨੇੜੇ ਹੈ। ਬਿਲਕੁਲ, ਸਭ ਤੋਂ ਨੇੜੇ ਮਾਲਕ ਹੀ ਹੈਗਾ। ਆਹ, ਜਿਹਨੂੰ ਤੂੰ ਦੂਰ ਬਣਾ ਕੇ ਬੈਠਾ, ਕਿਉਂਕਿ ਦੂਰ ਬਣਾਉਂਦੇ ਨਾ ਫਿਰ ਸੌਖਾ ਕੰਮ ਹੋ ਜਾਂਦਾ ਨਾ, ਫਿਰ ਬੇਈਮਾਨੀ ਕਰਨੀ ਆਸਾਨ ਹੁੰਦੀ ਹੈ। ਤੇ ਜਦੋਂ ਉਹਨੂੰ ਲਾਗੇ ਲੈ ਆਈਏ ਫਿਰ ਕਾਫੀ ਮੁਸ਼ਕਿਲ ਹੋ ਜਾਂਦੀ। ਇਸ ਕਰਕੇ ਹਮੇਸ਼ਾ ਹੀ ਪ੍ਰਮਾਤਮਾ ਨੂੰ ਮਨੁੱਖ ਨੇ ਦੂਰ ਬਣਾ ਕੇ ਰੱਖਿਆ। ਉਹ ਕਹਿੰਦਾ ਕਿ ਹੈ ਜ਼ਰੂਰ ਹੈ, ਜਾਂ ਤੇ ਕਿਸੇ ਸਤਵੇਂ ਅਸਮਾਨ 'ਚ ਬੈਠਾ ਹੈ, ਜਾਂ ਕਿਸੇ ਮੰਦਿਰ 'ਚ, ਜਾਂ ਕਿਸੇ ਗੁਰਦੁਆਰੇ ਦੇ ਵਿੱਚ ਬੈਠਾ ਹੈ। ਜਿੱਥੇ ਮੈਂ ਹੈਗਾ ਉੱਥੇ ਨਹੀਂ ਹੈਗਾ, ਉੱਥੇ ਬਿਲਕੁਲ ਨਹੀਂ ਹੈਗਾ। ਉਹਨੇ ਪ੍ਰਮਾਤਮਾ ਨੂੰ ਵੀ ਕਿੱਦਾਂ ਦਾ ਬਣਾਤਾ, ਇੱਕ ਮਨੁੱਖ ਵਾਂਗੂ ਬਣਾ ਕੇ ਰੱਖਤਾ। ਹੁਣ ਇੱਥੇ ਉਹ ਕਹਿੰਦੇ ਨੇ ਕਿ ਆ ਦੇਖੋ, ਸੁਨ ਹੋ ਵੀਰ ਸਮਾਨ। ਹੁਣ ਜਿਹੜਾ ਬੰਦਾ ਸੁਨ ਦੇ ਵਿੱਚ ਜਾਂਦਾ ਹੈ, ਉਹਨੂੰ ਤੇ ਜੀਵਨ ਦੀ ਸੋਝੀ ਆਉਂਦੀ ਹੈ। ਉਹਨੂੰ ਪਤਾ ਲੱਗਦਾ ਹੈ ਕਿ ਜੀਵਨ ਕੀ ਹੈ, ਮੇਰੇ ਜੀਵਨ ਦਾ ਮਕਸਦ ਕੀ ਹੈ, ਔਰ ਜਾਂ ਮੈਂ ਚੱਲਿਆ ਵਾਂ ਜਾਂ ਮੈਂ ਨਹੀਂ ਚੱਲਿਆ, ਮੈਂ ਕਿੱਥੇ ਹਾਂ, ਮੇਰੀ ਪ੍ਰੋਗਰੈਸ ਕੀ ਹੈ, ਆਊਟਪੁੱਟ ਕੀ ਹੈ। ਮੈਂ ਕੋਈ 1-2 ਕਿਲੋਮੀਟਰ ਸਫ਼ਰ ਤੈਅ ਕੀਤਾ ਕਿ ਜਾਂ ਪਿੱਛੇ ਚੱਲ ਗਿਆ, ਅਪਗ੍ਰੇਡ ਹੋਇਆ ਕਿ ਡਾਊਨਗ੍ਰੇਡ ਹੋਇਆ। ਨਿਜਾ ਸਾਹਿਬ, ਬਿਲਕੁਲ ਸਹੀ ਗੱਲ ਹੈ। ਤੁਹਾਡਾ ਸੌਫਟਵੇਅਰ ਹੁੰਦਾ ਨਾ ਮੋਬਾਈਲ ਤੇ, ਇੱਕ ਸੌਫਟਵੇਅਰ ਆਉਂਦਾ, ਕਹਿੰਦੇ ਅਪਗ੍ਰੇਡ ਕਰਨਾ ਕਿ ਡਾਊਨਗ੍ਰੇਡ ਕਰਨਾ। ਜੋ ਅਪਗ੍ਰੇਡ ਹੋਏ ਆ ਕਿ ਡਾਊਨਗ੍ਰੇਡ ਹੋਏ ਆ, ਤੇ ਇਹਦਾ ਫੈਸਲਾ ਮੈਂ ਥੋੜੀ ਕਰ ਸਕਦਾ। ਇਹ ਮੈਂ ਆਪਣੇ ਜੀਵਨ ਦਾ ਕਰਨਾ ਤੇ ਤੁਸੀਂ ਆਪਣੇ ਦਾ ਕਰੋ, ਠੀਕ ਹੈ। ਤੁਹਾਨੂੰ ਆਪੇ ਪਤਾ ਲੱਗ ਜੂ। ਕਬੀਰ ਜੀ ਕਹਿ ਰਹੇ ਨੇ, ਉਹ ਕਹਿੰਦੇ ਮੈਂ ਤੇ ਬੜੀ ਦੁਨੀਆ ਨੂੰ ਵੇਖਿਆ, ਦੁਆਰੇ ਤੁਰੇ ਜਾਂਦੇ ਨੇ, ਪਰ ਕਹਿੰਦੇ ਹਮ ਤੁਮ ਕਾਮ ਨਿਦਾਨ। ਬਸ ਮੇਰਾ ਕੰਮ ਤਾਂ ਤੇਰੇ ਨਾਲ ਹੈਗਾ ਭਾਈ, ਸੁਣਨ ਦੇ ਨਾਲ। ਤੇ ਉਹ ਮਤਲਬ ਇਹੋ ਹੀ ਹੈ ਕਿ ਉਹ ਕਹਿੰਦੇ ਕਿ ਮੇਰੀ ਜ਼ਿੰਦਗੀ ਸੱਚ ਆ। ਕੋਈ ਏਦਾਂ ਦਾ ਕੋਈ ਨਾਟਕੀ ਸੱਚ ਨਹੀਂ ਜਿਹੜਾ ਮੈਂ ਕਿਤਾਬਾਂ 'ਚ ਪੜ੍ਹਦਾ। ਅਸਲ 'ਚ ਸੱਚ ਨੂੰ ਮੈਂ ਜੀਵਨ 'ਚ ਲੈ ਕੇ ਆਇਆ। ਉਹ ਸੱਚ ਉਹਨੂੰ ਮੈਂ ਦੇਖਦਾ ਕਿ ਮੈਂ ਸੱਚ ਨੂੰ ਫੜਦਾ, ਝੂਠ ਨੂੰ ਛੱਡਦਾ। ਪਰ ਸੱਚ ਨੂੰ ਫੜਨਾ ਬੜਾ ਔਖਾ। ਬਾਣੀ ਤਾਂ ਹੀ ਉਹ ਕਹਿੰਦੀ ਆਖਣਾ ਔਖਾ ਸੱਚ ਨਾ। ਔਖਾ ਹੈ ਕੰਮ, ਉਹ ਨਹੀਂ ਕਿਤੇ ਕਹਿੰਦੇ ਬੜਾ ਆਸਾਨ ਹੈ। ਨਿਜਾ ਸਾਹਿਬ, ਬਿਲਕੁਲ ਬਿਲਕੁਲ। ਹੁਣ ਦੇਖ ਲਓ ਗੋਰਖੀ ਸਾਹਿਬ, ਇੱਕ ਸੱਚ ਜਿਹੜਾ ਹੈਗਾ, ਸੱਚ ਹੈਗਾ ਬਈ ਆਪਾਂ ਨਾ ਅਲਟੀਮੇਟ ਜਿਹੜਾ ਹੈਗਾ ਨਾ, ਸਰੀਰ ਛੱਡਣਾ ਹੈਗਾ। ਸੱਚ ਜਿਹੜਾ ਹੈਗਾ, ਸਰੀਰ ਤੋਂ
ਅੱਗੇ ਹੈਗਾ ਸੱਚ। ਬਸ ਉਹੀ ਹੈਗਾ। ਤਾਂ ਹੀ ਕਬੀਰ ਜੀ ਹੁਣ ਮਸਾਨ ਦੀ ਗੱਲ ਥੋੜ੍ਹਾ ਨਾ ਕਰ ਰਹੇ ਵੀ ਮੈਂ ਮਸਾਨ, ਵੀ ਆਪਣਾ ਰਿਜ਼ਲਟ ਕੀ, ਐਂਡ ਰਿਜ਼ਲਟ ਕੀ, ਐਂਡ ਰਿਜ਼ਲਟ ਹੈ ਸਰੀਰ ਇੱਥੇ ਹੀ ਰਹਿ ਜਾਣਾ ਹੈ, ਆਪਣੇ ਮਸਾਨ ਦੇ ਵਿੱਚ ਜਾਂ ਸਰੀਰ ਨਸ਼ਟ ਹੋ ਜਾਣਾ। ਤੇ ਪਹਿਲਾਂ ਹੀ ਸਰੀਰ ਦਾ ਮੋਹ ਖਤਮ ਕਰ ਦਈਏ ਆਪਾਂ, ਆਹ ਗੱਲ ਕਹਿ ਰਹੇ ਕਬੀਰ ਜੀ। ਹਾਂਜੀ ਵੀਰ ਜੀ। ਉਹਨੂੰ ਦੇਖੋ, ਉਹਨੂੰ ਜਿਹੜੀ ਚੀਜ਼ ਨੂੰ ਆਪਾਂ ਸਮਝਦੇ ਹਾਂ, ਜਦ ਕਿ ਉਸ ਚੀਜ਼ ਨੂੰ ਆਪਾਂ ਯਥਾਰਥ ਸੱਚ 'ਚ ਨਹੀਂ ਸਮਝਦੇ। ਇਹ ਨਹੀਂ ਹੈ ਕਿ ਇਹ ਸਰੀਰ ਕੋਈ ਮਾੜਾ ਹੈ, ਇਹਨੂੰ ਆਪਾਂ ਨੈਗੇਟਿਵਿਟੀ ਨਾਲ ਸੋਚਣਾ। ਇਹ ਸਰੀਰ ਬਹੁਤ ਵਧੀਆ, ਇੱਕ ਵਹੀਕਲ ਹੈ, ਇਕਵਿਪਮੈਂਟ ਹੈ, ਤੇ ਇਹਦੀ ਇਸਤੇਮਾਲ ਜਿਹੜੀ ਆਪਾਂ ਬਸ ਉਸ ਤਰੀਕੇ ਨਾਲ ਕਰੀਏ ਕਿ ਜਿੰਨਾ ਕੁ ਸਾਡੇ ਲਈ ਚੰਗਾ ਹੈ। ਹੁਣ ਮੈਂ ਐਸੇ ਬੰਦੇ ਤੁਹਾਨੂੰ ਮਿਲਾ ਦਾਂਗਾ, ਤੁਸੀਂ ਵੇਖੇ ਹੋਣੇ ਆ ਉਹ ਬੰਦੇ। ਵੇਖੋ ਐਸੇ ਉਹ ਇਹਨਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚ ਬੈਠੇ ਨੇ ਅਗਲੇ। ਬਿਲਕੁਲ ਉੱਥੇ ਇੱਕ ਟਸ ਤੇ ਮਸ ਨਹੀਂ ਹੁੰਦੇ। ਔਰ ਨਾ ਹੁਣ ਇੱਕ ਗੱਲ ਮੈਂ ਕਰਦਾ ਤੁਹਾਡੇ ਨਾਲ, ਚਲੋ ਸੰਗਤ ਹੈ, ਮੈਂ ਕਦੇ ਵੀ ਕਿਸੇ ਚੀਜ਼ ਨੂੰ ਕਰਨ ਲੱਗਿਆ ਕਿਤੇ ਚੰਗਾ ਤੇ ਮਾੜਾ ਨਹੀਂ ਸਮਝਿਆ, ਹਮੇਸ਼ਾ ਹੀ ਸੱਚ ਨੂੰ ਤੁਹਾਡੇ ਸਾਹਮਣੇ ਲਿਆਂਦਾ। ਉਹ ਵਿਚਾਰੀ ਦਾ ਤਲਾਕ ਹੋ ਗਿਆ, ਇੱਕ ਔਰਤ ਦਾ। ਉਹ ਕਹਿੰਦੀ ਮੈਂ ਗੁਰਦੁਆਰੇ ਜਾਂਦੀ ਹਾਂ ਤੇ ਉਹ ਲੋਕੀ ਇੰਝ ਸੋਚਦੇ ਆ ਕਿ ਜਿੱਦਾਂ ਇਹਨੂੰ ਬੰਦਿਆਂ ਦੀ ਕਮੀ ਹੈ। ਨਿੱਜਾ ਸਾਹਿਬ, ਦੇਖੋ ਲੋਕਾਂ ਦੀ ਸੋਚ। ਉੱਥੇ ਧਾਰਮਿਕ ਸਥਾਨ ਤੇ ਅਗਲਾ ਜਾਂਦਾ ਹੈ, ਵਿਚਾਰਾ ਦੁਖੀ ਹੈ, ਉੱਥੇ ਜਾ ਕੇ ਵੇਖੋ ਕਿੱਦਾਂ ਦੇ ਲੋਕ ਬੈਠੇ ਨੇ। ਮੋਸਟਲੀ ਇੱਕ ਦੂਜੇ ਨੂੰ ਜਾਣਦੇ ਨੇ ਲੋਕ। ਪਰ ਮੈਂ ਕਹਿੰਦਾ ਕਿ ਦੇਖੋ ਧਰਮ ਦੇ ਸਥਾਨ ਤੇ ਬੰਦਾ ਥੋੜੇ ਸ਼ਰਮ ਕਰੇ ਨਾ। ਇੱਕ ਧਰਮ, ਇੱਕ ਜਗ੍ਹਾ ਤੇ ਬੈਠੇ ਆ, ਉੱਥੇ ਤੇ ਬੰਦਾ ਉੱਥੇ ਜਾ ਕੇ ਆਪਣੀ ਸੁਰਤੀ ਨੂੰ ਉੱਚਾ ਰੱਖੇ, ਕਮ ਸੇ ਕਮ ਅਰਦਾਸ ਕਰੇ ਕਿ ਮੇਰੇ ਪਿਤਾ ਮੈਨੂੰ ਸਮੱਤ ਬਖਸ਼, ਮੈਨੂੰ ਇਸ ਚਿੱਕੜ ਚੋਂ, ਜਲਣ ਚੋਂ ਬਾਹਰ ਕੱਢ। ਪਰ ਜਿਹੜਾ ਬੰਦਾ ਧਾਰਮਿਕ ਸਥਾਨ ਤੇ ਵੀ ਏਦਾਂ ਦੀ ਸੋਚ ਲੈ ਕੇ ਜਾਣਦੇ ਆ, ਆਪ ਜਸਟ ਦੇਖੋ ਬੰਦੇ ਦੀ ਸੁਰਤੀ ਕਿੱਥੇ ਹੈ, ਬੰਦਾ ਕਿੱਥੇ ਬੈਠਾ। ਉਹ ਏਦਾਂ ਦੇ ਇਨਸਾਨ ਨੇ, ਔਰ ਉਹ ਉਸ ਚੀਜ਼ 'ਚ ਖੁਸ਼ ਨੇ। ਕਬੀਰ ਜੀ ਐਵੇਂ ਨਹੀਂ ਕਹਿੰਦੇ ਕਿ ਮੈਂ ਚੀਕਾਂ ਮਾਰਦੇ ਆ, ਰੌਲਾ ਪਾਤਾ, ਸਮਝਾਉਂਦੇ ਆ ਇਨਸਾਨ ਨੂੰ ਕਿ ਬਈ ਤੂੰ ਏਦਾਂ ਦਾ ਕੋਈ ਮਾੜਾ ਕੰਮ ਨਾ। ਇੱਕ ਧਾਰਮਿਕ ਇਨਸਾਨ ਤੇ ਜਾ ਕੇ ਬੰਦਾ, ਚਲੋ ਘਰੇ ਵੀ ਸਾਡਾ ਫਰਜ਼ ਬਣਦਾ। ਦੇਖੋ ਕੋਈ ਧਾਰਮਿਕ ਸਥਾਨ ਜਿਹੜਾ ਸਾਨੂੰ ਕਹਿੰਦਾ ਨਹੀਂ ਆ, ਪਰ ਜਦੋਂ ਤੁਸੀਂ ਬਾਣੀ ਨੂੰ ਪੜ੍ਹੋ ਨਾ, ਤੇ ਬਾਣੀ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਵਰਜਿਆ ਹੈ, ਸਮਝਾਇਆ ਹੈ ਕਿ ਬਈ ਦੀ ਐਸਾ ਕਰਮ ਮੂਲ ਨਾ ਕੀਜੀਏ ਜੇ ਤੰਤ ਪਛਤਾਈ। ਤੂੰ ਏਦਾਂ ਦਾ ਕਰਮ ਨਾ ਕਰ ਬਵੀਂ, ਕਿਉਂਕਿ ਤੂੰ ਬੇਵਕੂਫਾ, ਤੂੰ ਆਪਣੇ ਪੁੰਨ ਸਾੜ ਰਿਹਾ। ਹੁਣ ਤੁਸੀਂ ਕਹੋਗੇ ਕਿ ਪੁੰਨ ਕਿੱਦਾਂ ਸਾੜਾਂਗੇ? ਤੁਹਾਨੂੰ ਕੋਈ, ਤੁਹਾਡੇ ਕੋਲ ਰੁਪਈਆ ਹੋਵੇ 1,50,000, ਉਹ ਤੁਸੀਂ ਅੱਗ 'ਚ ਪਾ ਦਿਓ ਤੇ ਤੁਹਾਨੂੰ ਕਿਹੜਾ ਸਿਆਣਾ ਕਹੂਗਾ? ਬਾਣੀ ਵੀ ਉਹ ਕਹਿੰਦੀ ਆ ਕਿ ਤੂੰ ਬੇਵਕੂਫਾ, ਤੈਨੂੰ ਦਿਖਦਾ ਨਹੀਂ ਪਿਆ, ਪਰ ਤੂੰ ਇੱਕ ਐਸੀ ਪਵਿੱਤਰ ਜਗ੍ਹਾ ਜਾ ਕੇ ਵੀ ਇਹੋ ਜਿਹਾ ਕੰਮ ਕਰਨੇ ਆ, ਤੂੰ ਆਪਣੇ ਪੁੰਨ ਸਾੜਨੇ ਆ। ਇੱਥੋਂ ਤੂੰ ਗਿਆਨ ਪ੍ਰਾਪਤ ਕਰਨਾ ਸੀ, ਇੱਥੋਂ ਤੂੰ ਆਪਣੀ ਸੋਚ ਨੂੰ ਉੱਚਾ ਕਰਨਾ ਸੀ। ਤੂੰ ਇਸ ਸਕੂਲ 'ਚ ਆਇਆ, ਚਲੋ ਬਾਹਰ ਤੇ ਤੂੰ ਕਿੱਦਾਂ ਦਾ ਜੀਵਨ ਬਤੀਤ ਕਰਦਾ ਉਹਨੂੰ ਛੱਡ। ਕੋਈ ਕਮ ਸੇ ਕਮ ਭੋਲਿਆ ਇੱਥੇ ਬੈਠਾ ਵਾਂ, ਇੱਥੇ ਤੇ ਨਾ ਬੰਗਲੇ ਵਾਲਾ ਕੰਮ ਕਰ। ਹਾਂਜੀ ਨਿੱਜਾ ਸਾਹਿਬ। ਅੱਗੇ ਹੁਣ ਕਹਿੰਦੇ ਆ, ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ ਜਾਏ। ਕਹਿੰਦੇ ਮਨ ਐਸਾ ਪਤੰਦਰ ਮਾਲਕ ਨੇ ਐਸੀ ਗੇਮ ਇੰਨੀ ਹਾਰਡ ਬਣਾਈ ਹੋਈ ਆ ਕਿ ਮਨ ਜਿਹੜਾ ਹੈਗਾ, ਔਰ ਮਨ ਦੀ ਜਿਹੜੀ ਹੈਗੀ ਨਾ, ਮੈਂ ਪਹਿਲਾਂ ਵੀ ਦੱਸਿਆ ਸੀਗਾ, ਜਿਵੇਂ ਸ਼ਤਰੰਜ ਦੇ ਵਿੱਚ ਵਜ਼ੀਰ ਹੁੰਦਾ ਹੈ ਨਾ, ਉਹ ਪੈਦਲ, ਊਂਠ, ਹਾਥੀ ਚਾਰੋਂ ਪਾਸੇ ਘੁੰਮ ਲੈਂਦਾ ਹੈ ਭਾਈ, ਹਰੇਕ ਚਾਲ ਘੁੰਮ ਲੈਂਦਾ, ਹਰੇਕ ਦੀ ਚਾਲ ਹੈਗੀ ਉਹਦੇ ਵਜ਼ੀਰ ਦੇ ਕੋਲ। ਇਹ ਮਨ ਜਿਹੜਾ ਹੈਗਾ ਉਸ ਤੋਂ ਵੀ ਅੱਗੇ ਆ ਭਾਈ, ਇਹ ਤਾਂ 10 ਦਿਸ਼ਾਵਾਂ ਦੇ ਵਿੱਚ ਉੱਪਰ ਥੱਲੇ ਸਾਰੀ ਜਗ੍ਹਾ ਤੇ ਘੁੰਮ ਜਾਂਦਾ ਹੈ। ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ ਜਾਏ। ਔਰ ਬਾਰ-ਬਾਰ ਚੋਗਾ ਖਾਂਦਾ, ਫਿਰ ਨਹੀਂ ਹਟਦਾ, ਫਿਰ ਬਾਰ-ਬਾਰ ਉੱਡ ਕੇ ਜਾਂਦਾ ਹੈ, ਉੱਡ ਕੇ ਪੈਂਦਾ ਹੈ ਬਸ। ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ ਜਾਏ। ਜੋ ਜੈਸੀ ਸੰਗਤ ਮਿਲੇ, ਸੋ ਤੈਸੋ ਫਲ ਕਾਏ। ਕਹਿੰਦੇ ਬਸ ਫਿਰ ਪਿਆਰਿਆ, ਗੱਲ ਤਾਂ, ਰੂਲ ਤਾਂ ਆਹੀ ਹੈਗਾ ਬਈ ਜਿਹੀ ਜੀ ਸੰਗਤ ਕਰੇਗਾ ਉਹੀ ਜੀ ਰੰਗਤ ਚੜ੍ਹ ਜਾਏਗੀ ਤੇਰੀ, ਔਰ ਉਹੀ ਤੇਰਾ ਜਿਹੜਾ ਹੈਗਾ ਉਹੀ ਤੈਨੂੰ ਫਲ ਖਾਣ ਨੂੰ ਮਿਲਣਾ ਹੈ। ਜਿਹਦੀ ਤੇਰੀ ਡਿਮਾਂਡ ਹੈਗੀ ਆ ਪਿਆਰਿਆ, ਉਹੀ ਫਲ ਦੇਣਾ ਹੈ ਮਾਲਕ ਪਰਮਾਤਮਾ ਨੇ। ਹਾਂਜੀ ਵੀਰ ਜੀ।
ਹੁਣ ਦੇਖੋ ਕਹਿੰਦੇ ਨੇ ਵੈਸੇ 4 ਦਿਸ਼ਾਵਾਂ ਸੁਣੀਆਂ ਨੇ, ਉਹ ਕਹਿੰਦੇ ਨੇ 10 ਦਿਸ਼ਾਵਾਂ ਦੇ ਵਿੱਚ ਮਨ ਉੱਡਦਾ। ਹਾਂ, ਮਨ ਜਿਹੜਾ ਇੱਕ ਪੰਛੀ ਹੈ, ਏਦਾਂ ਦਾ ਪੰਛੀ ਹੈ, ਕੋਈਡਾ ਬੇਵਕੂਫ ਪੰਛੀ ਹੈ, ਔਰ ਬੁੱਧੀ ਨੂੰ ਸਪੋਰਟ ਕਰਦੀ ਹੈ। ਬੁੱਧੀ ਸਾਰੀ ਚਲਾਕੀਆਂ ਦੱਸਦੀ ਹੈ ਕਿ ਕਿੱਦਾਂ ਕੰਮ ਕੋਈ ਕਰਨਾ ਹੈ, ਕਿੱਦਾਂ ਲੋਕਾਂ ਦੀ ਨਜ਼ਰਾਂ ਤੋਂ ਛੁਪ ਕੇ ਕੰਮ ਕਰਨਾ ਹੈ। ਬੁੱਧੀ ਇਹਨੂੰ ਪੂਰੀ ਟੈਕਨੀਕ ਦੱਸਦੀ ਹੈ, ਲੋਕਾਂ ਨੂੰ ਪਤਾ ਨਾ ਲੱਗੇ। ਪਰ ਬੁੱਧੀ ਇਹ ਨਹੀਂ ਦੱਸਦੀ ਕਿ ਭੋਲਿਆ ਜਿਹੜਾ ਵੀ ਕੰਮ ਤੂੰ ਕਰ ਰਿਹਾ ਹੈ, ਬੇਸ਼ੱਕ ਤੈਨੂੰ ਲੋਕ ਨਹੀਂ ਦੇਖ ਰਹੇ, ਪਰ ਤੇਰੀ ਆਤਮਾ ਤੈਨੂੰ ਦੇਖ ਰਹੀ ਹੋ। ਕਿ ਆਤਮਾ ਤੇ ਦੇਖਦੀ ਪਈ ਹੈ ਨਾ, ਤੁਹਾਡੇ ਅੰਦਰ ਬੈਠੀ ਹੈ। ਤੁਸੀਂ ਕਿਸੇ ਨਾਲ ਧੱਕਾ ਵੀ ਕੀਤਾ ਤੇ ਤੁਹਾਡੀ ਆਤਮਾ ਨੇ ਤੇ ਤੁਹਾਨੂੰ ਫਿਟਕਾਰ ਪਾਉਣੀ ਪਾਉਣੀ। ਉਹਨੇ ਕਹਿਣਾ ਗਲਤ ਹੈ ਕੰਮ, ਧੱਕਾ ਕੀਤਾ ਹੈ। ਕਿਉਂ? ਕਿਉਂਕਿ ਆਤਮਾ ਦਾ ਕੰਮ ਹੀ ਇਹੋ ਹੈ। ਛੋਟੀ ਜਿਹੀ ਆਵਾਜ਼ ਤੁਹਾਡੇ ਅੰਦਰ ਆਉਂਦੀ ਹੈ। ਫਿਰ ਹਾਲ ਤੇ ਛੋਟੀ ਹੈ। ਜਦੋਂ ਤੁਸੀਂ ਭਗਤੀ ਕੀਤੀ, 7-8 ਮਹੀਨੇ ਸਾਧਨਾ ਕੀਤੀ, ਫਿਰ ਉਹ ਬੜੀ ਪਾਵਰਫੁਲ ਹੋ ਜਾਣਾ ਉਹਨੇ। ਫਿਰ ਦੂਜੀਆਂ ਆਵਾਜ਼ਾਂ ਸਾਰੀਆਂ 9 ਤੋਂ 11 ਇੱਕੋ ਆਵਾਜ਼ ਰਹਿ ਜਾਏਗੀ, ਪਰਮਾਤਮਾ ਦੀ, ਆਤਮਾ ਦੀ। ਉਸਦੇ ਵਿੱਚ ਕੋਈ ਦੂਜੀ ਆਵਾਜ਼ ਨਹੀਂ, ਫਿਰ ਇੰਟਰਫੇਰੈਂਸ ਨਹੀਂ ਕਰ ਸਕਦੀ। ਮਨ ਫਿਰ ਉਹਦੀ ਆਵਾਜ਼ ਦੀ ਸੁਣਦਾ, ਕਿਉਂਕਿ ਬਹੁਤ ਪਾਵਰਫੁਲ ਹੁੰਦੀ ਹੈ ਤੁਹਾਡੀ ਆਤਮਾ ਦੀ ਆਵਾਜ਼। ਕਹਿੰਦੇ ਮਨ ਜਿਹੜਾ ਹੈ ਇੱਕ ਐਸਾ ਪੰਛੀ ਹੈ, 10 ਦਿਸ਼ਾਵਾਂ ਦੇ ਵਿੱਚ ਉੱਡਦਾ ਹੈ। ਤੇ ਫਿਰ ਕਹਿੰਦੇ ਕਬੀਰ ਜਾਂ ਕੋ ਖੋਜਤ ਪਾਇਓ ਕੋਈ ਸੌਰੀ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਉਹੇ ਜਿਹਾ ਫਲ ਖਾਂਦਾ ਹੈ ਭਾਈ। ਜਿਹੜੀ ਸੰਗਤ ਦੇ ਵਿੱਚ ਜਾਵਾਂਗੇ, ਜਿੱਥੇ ਸਵਾਸ ਲਾਵਾਂਗੇ, ਉਹੀ ਖੱਟੀ ਆ ਆਪਣੀ, ਉਹੀ ਖਾਣ ਨੂੰ ਮਿਲਣਾ ਹੈ ਭਾਈ। ਹਾਂਜੀ ਵੀਰ ਜੀ। ਹਾਂ, ਤੇ ਇਹ ਮਨ ਜਦੋਂ ਦਿਸ਼ਾ ਦੇ ਵਿੱਚ ਉੱਡੇਗਾ ਤੇ ਗਲਤ ਦਿਸ਼ਾ 'ਚ ਵੀ ਉੱਡੇਗਾ, ਉਧਰ ਹੀ ਉੱਡ ਰਿਹਾ ਹੈ। ਉੱਡ ਕੇ ਫਿਰ ਜਾਊਗਾ, ਫਿਰ ਜਿਹੋ ਜਿਹੀ ਸੰਗਤ ਕਰੂਗਾ, ਫਿਰ ਇਹਨੂੰ ਉਹੋ ਜਿਹਾ ਹੀ ਫਲ ਪ੍ਰਾਪਤ। ਸੰਗਤ ਜਿਹੋ ਜਿਹੀ ਕੀਤੀ ਹੈ, ਸੰਗਤ ਨੇ ਰੰਗਤ ਲੈ ਕੇ ਆਉਣੀ। ਔਰ ਮਨ ਵੀ ਦੇਖ ਲਓ, ਏਦਾਂ ਐਡੀ ਪਾਵਰਫੁਲ ਚੀਜ਼ ਆ, ਇਹਨੂੰ ਚੰਗੀ ਸੰਗਤ ਬਹੁਤ ਮੁਸ਼ਕਲ ਮਿਲਦੀ ਹੈ। ਔਰ ਵੈਸੇ ਵੀ ਉਹਦਾ ਕਾਰਨ ਵੀ ਆ। ਤੁਸੀਂ ਦੇਖੋ, ਪਾਣੀ ਨੂੰ ਕੋਠੇ ਚੜ੍ਹਨਾ ਹੋਵੇ ਨਾ, ਛੱਤ ਤੇ ਚੜ੍ਹਨਾ ਹੋਵੇ ਤੇ ਜ਼ੋਰ ਲੱਗਦਾ ਹੈ, ਪਰ ਪਾਣੀ ਨੂੰ ਨਿਵਾਨ 'ਚ ਰੋੜਨਾ ਕੋਈ ਮੁਸ਼ਕਲ ਕੰਮ ਨਹੀਂ ਹੈ। ਤੁਸੀਂ ਧੱਕਾ ਦਿੱਤਾ, ਪਾਣੀ ਆਪੇ ਰੁੜ ਕੇ ਚੱਲ ਜਾਣਾ। ਇਸੇ ਕਰਕੇ ਬੁਰੀ ਸੰਗਤ ਦਾ ਅਸਰ ਜਿਹੜਾ ਛੇਤੀ ਹੁੰਦਾ ਹੈ, ਚੰਗੀ ਸੰਗਤ ਦਾ ਅਸਰ ਘੱਟ ਹੁੰਦਾ ਹੈ। ਕਿਉਂਕਿ ਚੰਗੀ ਸੰਗਤ ਜਿਹੜੀ ਹੁੰਦੀ ਆ, ਉਹ ਤੁਹਾਡੇ ਪੂਰੇ ਵਜੂਦ ਨੂੰ ਚੈਲੰਜ ਕਰਦੀ। ਇੱਕ ਤਰਫ 99% ਐਨਰਜੀ ਆ, ਤੇ ਉਸ ਦੇ ਵਿੱਚ 1% ਐਨਰਜੀ ਜਿਹੜੀ ਸੱਚ ਕਹਿੰਦੀ ਆ ਕਿ ਉੱਪਰ ਨੂੰ ਚੜ। ਹੁਣ ਦੱਸੋ, ਇੱਕ ਕਿਹਦੀ ਚੱਲੇਗੀ? 99 ਦੀ ਚੱਲੂਗੀ ਕਿ 1 ਦੀ ਚੱਲੂਗੀ? 99 ਦੀ ਚੱਲੂਗੀ ਭਾਈ। ਪਾਵਰਫੁਲ ਹੈ। ਤੇ ਇਸ ਲਈ ਕਬੀਰ ਜੀ ਕਹਿੰਦੇ ਔਗਟ ਘਾਟੀ ਰਾਮ ਕੀਤਾ ਚੜੇ ਰਿਓ ਕਬੀਰ। 99% ਮੇਰਾ ਮਨ ਕਹਿੰਦਾ ਵੀ ਨਹੀਂ, ਵੀ ਛੱਡ ਦੇ ਖੜਾ ਕਬੀਰ, ਕਾਹਨੂੰ ਚੜੀ ਜਾਂਦੇ ਆ, ਸੱਚ ਨੂੰ ਛੱਡ। ਆ ਝੂਠ ਵੱਲ ਚੱਲੀ ਹੈ। ਵੇਖ ਦੁਨੀਆ ਤੇਰੇ ਪੈਰਾਂ 'ਚ ਮੱਥਾ ਟੇਕਦੀ, ਇੱਥੇ ਭੀੜਾਂ ਦੀ ਭੀੜ ਲੱਗ ਜਾਣਗੀਆਂ। ਇਹ ਜਿੰਨੇ ਵੀ ਦੁਸ਼ਮਣ ਨੇ ਜਿਹੜੇ ਤੈਨੂੰ ਪਰੇਸ਼ਾਨ ਕਰਦੇ ਨੇ, ਸਾਰੇ ਤੇਰੇ ਸੱਜਣ ਬਣ ਜਾਣਗੇ। ਪਰ ਕਬੀਰ ਕਹਿੰਦੇ ਨਹੀਂ ਚਾਹੀਦੇ ਸੱਜਣ, ਮੈਂ ਇਕੱਲਾ ਚੜੂ ਬਸ। ਕਿੱਡੀ ਵੱਡੀ ਗੱਲ, ਕਿੱਡਾ ਜਿਗਰਾ ਉਸ ਮਾਂ ਦੇ ਲਾਲ ਦਾ, ਜਿਹੜਾ ਚੈਲੰਜ ਕਰਦਾ ਹੈ ਔਰ ਉਸ ਸਿਟੀ ਦੇ ਵਿੱਚ ਬੈਠਾ ਹੈ ਜਿੱਥੇ ਗੜ੍ਹ ਹੈ। ਠੀਕ ਹੈ ਜੀ, ਨੱਚਾ ਸਾਹਿਬ ਅੱਗੇ ਚੱਲੇ। ਅੱਗੇ ਤਾਂ ਕਮਾਲ ਦੀ ਗੱਲ ਕਰ ਗਏ ਕਬੀਰ ਜੀ। ਕਬੀਰ ਜਾਕੋ ਖੋਜ ਤੇ ਪਾਇਓ ਸੋਈ ਠੌਰ। ਕਹਿੰਦੇ ਬਈ ਮੈਂ ਜਿਹਨੂੰ ਖੋਜ ਰਿਹਾ ਸੀਗਾ, ਮੈਂ ਜਿਹੜਾ ਹੁਣ ਆਪਣੇ ਮਨ ਨੂੰ ਰੋਕ ਕੇ ਜਿਹੜਾ ਹੈਗਾ, ਮਨ ਨੂੰ ਜਿਹੜਾ ਹੈਗਾ ਸਵਾਦਾਂ ਤੋਂ ਰੋਕ ਕੇ ਜਿਹੜਾ ਮਨ ਨੂੰ ਸੁੰਨ ਦੇ ਵਿੱਚ ਲਿਜਾ ਕੇ ਜਿਹੜਾ ਹੈਗਾ, ਜਿਹੜੇ ਮਾਲਕ ਪਰਮਾਤਮਾ ਨੂੰ ਮੈਂ ਲੱਭਦਾ ਸੀਗਾ, ਉਹ ਲੱਭ ਗਿਆ ਮੈਨੂੰ, ਉਹ ਟਿਕਾਣਾ ਮਿਲ ਗਿਆ ਮੈਨੂੰ। ਕਬੀਰ ਜਾਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰ ਕੇ ਤੂੰ ਪਿਆ ਜਾਕੋ ਕਹਿਤਾ ਔਰ। ਕਹਿੰਦਾ ਕੀ ਗੱਲ ਹੋਈ? ਕਹਿੰਦੇ ਜਿਹਨੂੰ ਲੱਭਦਾ ਸੀਗਾ, ਕਹਿੰਦੇ ਉਹ ਤਾਂ ਮੈਂ ਹੀ ਸੀਗਾ, ਜਿਹਨੂੰ ਲੱਭ ਰਿਹਾ ਸੀ ਉਹ ਤਾਂ ਮੈਂ ਹੀ ਸੀਗਾ। ਕਹਿੰਦੇ ਸੋਈ ਫਿਰ ਕੇ ਤੂੰ ਪਿਆ, ਕਹਿੰਦੇ ਮੈਂ ਉਹੀ ਹੋ ਗਿਆ। ਕਹਿੰਦੇ ਜਿਹਨੂੰ ਮੈਂ ਲੱਭ ਰਿਹਾ ਸੀ, ਜਿਹਨੂੰ ਮੈਂ ਕਹਿੰਦਾ ਸੀ ਹੋਰ, ਤੇ ਕਹਿੰਦੇ ਉਹ ਤਾਂ ਮੈਂ ਹੀ ਨਿਕਲਿਆ, ਜਿਹਨੂੰ ਲੱਭਦਾ ਸੀਗਾ। ਦ੍ਰਿਸ਼ਟਾ ਤੇ ਦ੍ਰਿਸ਼ ਇੱਕ ਹੋ ਗਏ। ਹਾਂਜੀ ਵੀਰ ਜੀ। ਬਾਣੀ ਦੀ ਤੁਕ ਆਉਂਦੀ ਹੈ, ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਅਨੁਭਵ ਰਹਿਤਾ ਅਨੁਭਵ, ਜਿੱਥੇ ਜਾ ਕੇ ਸਾਰੇ ਅਨੁਭਵ ਸ਼ਾਂਤ ਹੋ ਜਾਣ। ਰਾਮ ਕਬੀਰ ਆਏ ਕਬੇ ਤੇ ਕੋਈ ਨਾ ਸਕੇ ਪਛਾਣੇ, ਕੋਈ ਦੂਰ ਨਹੀਂ ਖੇਡ। ਕਹਿੰਦਾ ਮੂਰਖ ਜਾਣੇ ਦੂਰ, ਮੂਰਖ ਕਹਿੰਦਾ ਬਹੁਤ ਦੂਰ ਹੈ।
ਕਈ ਮੂਰਖ ਕੀ ਬੜੀ ਬੜੀ ਭੀੜ ਇਕੱਠੀ ਹੋਈ ਹੈ। ਇਹੋ ਪ੍ਰਚਾਰ ਹੁੰਦਾ ਹੈ ਕਿ ਤੂੰ ਕਿਤੇ ਹੋਰ ਜਗ੍ਹਾ ਤੇ ਬੈਠਾ ਹੈ ਤੇ ਪ੍ਰਮਾਤਮਾ ਕਿਸੇ ਹੋਰ ਜਗ੍ਹਾ ਤੇ ਬੈਠਾ ਹੈ ਔਰ ਤੈਨੂੰ ਤੇਰਾ ਸਤਿਗੁਰ ਮਿਲਾਊ। ਮੈਨੂੰ ਪਤਾ ਨਹੀਂ ਕਿਹੜਾ ਸਤਿਗੁਰ ਹੈ। ਤੇ ਜੇ ਪ੍ਰਮਾਤਮਾ ਕਿਤੇ ਹੋਰ ਬੈਠਾ ਹੈ ਤੇ ਪ੍ਰਮਾਤਮਾ ਕੋਈ ਇਨਸਾਨ ਹੀ ਹੈ, ਉਹ ਕੋਈ ਸਰਵ ਵਿਆਪਕ ਸ਼ਕਤੀ ਨਹੀਂ। ਜਿਹੜਾ ਇੱਕ ਜਗ੍ਹਾ ਤੇ ਬੈਠਾ ਹੈ ਤਾਂ ਕਿਸੇ ਜਗ੍ਹਾ 'ਚ ਹੀ ਬੈਠਾ ਹੈ। ਜਿੱਦਾਂ ਮੈਂ ਇੱਥੇ ਬੈਠਾ ਨੇ ਜਾਂ ਸਭ ਉੱਤੇ ਬੈਠੇ। ਬਾਕੀ ਜਗ੍ਹਾ ਤੇ ਛੱਡੋ, ਸਾਰਿਆਂ ਦੇ ਅੰਦਰ ਕਿਵੇਂ ਹੋਏਗਾ ਫਿਰ ਉਹ? ਠੀਕ ਹੈ। ਤੇ ਉਹ ਕਹਿੰਦੇ ਆ ਕਿ ਫਿਰ ਕਹਿੰਦੇ ਕਬੀਰ ਜੀ, ਕਹਿੰਦੇ ਕਬੀਰ ਜਾਂ ਕੋ ਖੋਜ ਪਾਇਓ ਸੋਈ ਠੌਰ। ਉਹ ਟਿਕਾਣਾ ਮਿਲ ਗਿਆ, ਠੌਰ ਮਿਲ ਗਿਆ, ਮੈਨੂੰ ਜਗ੍ਹਾ ਮਿਲ ਗਈ ਜਿਹਨੂੰ ਮੈਂ ਲੱਭਦਾ ਫਿਰਦਾ ਸਾਂ, ਜਿਹੜੀ ਮੈਂ ਖੋਜ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ। ਉਹ ਕਹਿੰਦਾ ਜਗ੍ਹਾ ਮਿਲ ਗਈ ਹੈ ਮੈਨੂੰ। ਕਲੇਮ ਕਰ ਰਹੇ ਨੇ ਉਹ। ਫਿਰ ਅਗਲੇ ਬੰਨੇ ਦੱਸਣਗੇ ਕਿੱਥੇ ਮਿਲੀ ਹੋ ਜੇ। ਹਾਂਜੀ ਨਜਾ ਸਾਹਿਬ। ਸੋਈ ਫਿਰ ਕੇ ਤੂੰ ਪਿਆ। ਕਹਿੰਦੇ ਉਹ ਤਾਂ ਪਲਟ ਕੇ ਉਹ ਤੂੰ ਆਪ ਹੀ ਉਹੀ ਹੋ ਗਿਆ। ਕਹਿੰਦੇ ਜਿਹਨੂੰ ਲੱਭਦਾ ਸੀਗਾ ਉਹ ਤਾਂ ਤੂੰ ਆਪ ਹੀ ਹੋ ਗਿਆ। ਜਾਂ ਕੋ ਕਹਿਤਾ ਔਰ ਜਿਹਨੂੰ ਤੂੰ ਕਹਿ ਰਿਹਾ ਸੀ ਵੀ ਪਰਮਾਤਮਾ ਨੂੰ ਲੱਭਣਾ ਹੈ, ਦੂਸਰੇ ਨੂੰ ਲੱਭਣਾ ਹੈ, ਕਹਿੰਦੇ ਉਹ ਤਾਂ ਤੂੰ ਹੀ ਹੋ ਗਿਆ। ਹਾਂਜੀ ਵੀਰ। ਹੁਣ ਇਹ ਤੁਕ ਕੱਢ ਕੇ ਉਹਨਾਂ ਨੂੰ ਸੁਣਾ ਦੋ। ਉਹਨਾਂ ਨੂੰ ਕਹੋ ਕਬੀਰ ਸਾਹਿਬ ਦੀ ਗੱਲ ਤੇ ਆ। ਬਾਣੀ ਕਹਿੰਦੀ ਤੁਹਾਡੇ ਕੋਲ ਬਾਣੀ ਜਿਹੜੀ ਕਿਹੜੀ ਹੈ, ਕਰਨੈਨੋ ਮੈਂ ਦੀਦਾਰ ਮਹਿਲ ਮੈਂ ਪਿਆਰਾ ਹੈ, ਉਹ ਕਿੱਥੇ ਲਿਖਿਆ ਹੈ ਕਿ ਕਬੀਰ ਸਾਹਿਬ ਕਿਹਾ ਹੈ ਕਿ ਕਿਤੇ ਤੂੰ ਮੱਕੜੀ ਵਾਂਗੂ ਚੜ੍ਹਨਾ ਹੈ, ਕਿਤੇ ਪਰਿੰਦੇ ਵਾਂਗੂ ਚੜ੍ਹਨਾ ਹੈ, ਕਿਤੇ ਕੀੜੀ ਵਾਂਗੂ ਚੜ੍ਹਨਾ ਹੈ। ਪਤਾ ਨਹੀਂ ਕਿਹੜੀਆਂ ਕਹਾਣੀਆਂ ਪਾਈ ਜਾਂਦੇ ਜੋ। ਪਰ ਉਹ ਕਹਿੰਦੇ ਕਿ ਕਬੀਰ ਸਾਹਿਬ ਦੀ ਬਾਣੀ ਥੋੜੀ ਕੋਈ ਵੱਖਰੀ ਸਟੇਟਮੈਂਟ ਕਰੂਗੀ। ਇੱਥੇ ਕੁਝ ਹੋਰ ਕਹਿਤਾ ਤੇ ਉੱਥੇ ਕੁਝ ਹੋਰ ਕਹਿਤਾ। ਕਹਿੰਦੇ 100 ਸਿਆਣਿਆਂ ਦੀ ਇੱਕੋ ਮੱਤ ਤੇ ਮੂਰਖਾਂ ਦੀ ਵੱਖੋ ਵੱਖ। ਜਦੋਂ ਸਭ ਕੁਝ ਸ਼ਾਂਤ ਹੋ ਜਾਂਦਾ ਹੈ ਨਾ, ਤੇ ਬਾਕੀ ਜੋ ਰਹਿ ਜਾਂਦਾ ਉਹ ਪ੍ਰਮਾਤਮਾ ਹੈ। ਉੱਥੇ ਤੁਸੀਂ ਵੇਖੋ ਤੁਹਾਡੀ ਕੋਈ ਹੋਂਦ ਨਹੀਂ ਹੈਗੀ। ਉੱਥੇ ਜਾ ਕੇ ਦੇਖੋਗੇ ਨਾ, ਅੰਦਰ ਜਾ ਕੇ ਆਤਮਾ ਤੱਕ ਉਹੀ ਹੈ, ਬ੍ਰਹਮ ਹੀ ਹੈ, ਸੱਚ ਚਿਤ ਆਨੰਦ ਹੈ। ਉੱਥੇ ਪਹੁੰਚ ਜਾਣਾ ਹੀ ਜੀਵਨ ਦਾ ਸਭ ਤੋਂ ਵੱਡਾ ਕੰਮ। ਉਹੀ ਧੁਰਾ ਹੈ ਜਿਹਦੇ ਅੰਦਰ ਸਾਰਾ ਕੁਝ। ਔਰ ਜਿਹੜਾ ਬੰਦਾ ਉੱਥੇ ਪਹੁੰਚ ਜਾਂਦਾ ਹੈ ਉਹਨੂੰ ਗਿਆਨ ਹੋ ਜਾਂਦਾ ਹੈ, ਉਹਨੂੰ ਪਤਾ ਲੱਗ ਜਾਂਦਾ ਹੈ। ਉਹ ਖੁਦ ਹੀ ਕਹਿ ਦਿੰਦਾ ਫਿਰ ਕਿ ਹੁਣ ਮੇਰੇ ਤੇ ਬ੍ਰਹਮ ਦੇ ਵਿੱਚ ਕੋਈ ਭੇਦ ਨਹੀਂ। ਪਹਿਲਾਂ ਕਬੀਰ ਜੀ ਕਹਿੰਦੇ ਨਾ ਕਿ ਮੁਕਤ ਦੁਆਰਾ ਬੜਾ ਬਰੀਕ ਹੈ, ਛੋਟਾ ਹੈ, ਰਾਈ 10ਵੇਂ ਭਾਗ। ਫਿਰ ਕਹਿੰਦੇ ਮੁਕਤ ਦੁਆਰਾ ਮੋਖਲਾ ਤੇ ਸਹਿਜੇ ਆਏ ਆਓ ਜਾਓ। ਹਾਂਜੀ। ਫਿਰ ਖੁੱਲਾ ਹੋਣ ਦਾ ਮਤਲਬ ਇਹੋ ਹੀ ਹੋ ਗਿਆ ਕਿ ਆਤਮਾ ਨੂੰ ਤੁਸੀਂ ਦੇਖ ਲਿਆ। ਹੁਣ ਉਹ ਆਤਮਾ ਕਿੱਦਾਂ ਕੰਮ ਕਰਦੀ ਆ? ਬਾਣੀ 'ਚ ਲਿਖਿਆ ਘੜੀਏ ਸੁਰਤ ਮਤ ਮਨ ਬੁੱਧ ਘੜੀਏ ਸੁਰਤ ਮਤ ਮਨ ਘੜੀਏ ਸੁਰਾਂ ਸਿਦਾਂ ਕੀ ਸੁਧ। ਹਾਂਜੀ ਵੀਰ। ਹਾਂ, ਉਹ ਕਿੱਦਾਂ ਮਤ ਘੜੀ ਜਾਂਦੀ ਆ, ਬੁੱਧ ਕਿੱਦਾਂ ਘੜੀ ਜਾਂਦੀ ਆ? ਘੜੀ ਜਾਂਦੀ ਆ ਉੱਥੇ, ਪਰ ਕਿੱਦਾਂ ਘੜੀ ਜਾਂਦੀ ਆ ਉਹਦੇ ਬਾਰੇ ਕੋਈ ਨਹੀਂ ਪਤਾ। ਉਹ ਗੁਪਤ ਹੈ। ਬਸ ਬੈਠਣਾ ਹੀ ਆ ਉੱਥੇ ਦੇ ਵਿੱਚ। ਹਾਂਜੀ, ਉਹਦੇ 'ਚ ਬਹਿਣਾ ਹੀ ਆ। ਹਾਂਜੀ, ਬੈਠਣਾ ਹੀ ਆ ਉੱਥੇ ਜਾ ਕੇ। ਬਸ ਵਿਚਾਰ ਬੰਦ ਕਰਕੇ ਬਹਿ ਜਾਣਾ ਹੈ ਬਸ। ਬਸ ਉਸ ਤੋਂ ਬਾਅਦ ਵੇਖੋ ਉੱਥੇ ਆਨੰਦ ਕਿੰਨਾ ਹੈ। ਉੱਥੇ ਆਨੰਦ ਹੀ ਹੈ। ਉਸ ਆਨੰਦ ਨੂੰ ਜਦੋਂ ਤੁਹਾਡੀ ਸੁਰਤੀ ਮੰਨ ਲੈਂਦੀ ਆ, ਫਿਰ ਡਿਮਾਂਡ ਕਰੇਗੀ ਤੁਹਾਨੂੰ ਕਹੋਗੀ 2 ਵਾਰੀ 3 ਵਾਰੀ 4 ਵਾਰੀ ਬੈਠੋ, ਮੈਨੂੰ ਉਹ ਆਨੰਦ ਚਾਹੀਦਾ। ਫਿਰ ਬਾਹਰ ਮੁਖੀ ਨਹੀਂ, ਮਨ ਅੰਦਰ ਮੁਖੀ ਹੋ ਜਾਣੇਗਾ। ਜਿੱਦਾਂ ਉਹ ਦੱਸਿਆ ਨਾ ਤੁਹਾਨੂੰ, ਚੁੱਲ੍ਹੇ ਦੇ ਵਿੱਚ ਅੱਗ ਨੂੰ ਧੱਕਣ ਵਾਲਾ ਇੱਕ ਲੱਕੜ ਦਾ ਡੰਡਾ। ਮਨ ਨੇ ਬਾਰ-ਬਾਰ ਤੁਹਾਨੂੰ ਉਸ ਕਿਰਿਆ 'ਚ ਜਾਣ ਵਾਸਤੇ ਕਹਿਣਾ ਹੈ। ਹੌਲੀ ਹੌਲੀ ਕਰਕੇ ਮਨ ਨਸ਼ਟ ਹੋ ਜਾਣਾ। ਬਿਲਕੁਲ। ਇੱਕ ਸਮਾਂ ਆਊਗਾ ਮਨ ਦਾ ਪੂਰਾ ਆਕਾਰ ਨਸ਼ਟ ਹੋ ਜਾਏਗਾ, ਸੁਆਹ ਹੋ ਜਾਏਗਾ ਮਨ, ਤੇ ਸੱਚ ਹੀ ਰਹਿ ਜਾਏਗਾ ਉੱਥੇ। ਸੁੰਨ ਰਹਿ ਜਾਏਗਾ। ਸੁੰਨ ਹੀ ਤਾਂ ਸ਼ੁਰੂ ਤੋਂ ਸੀ, ਆਦਿ ਤੋਂ ਹੀ, ਆਦਿ ਕਾਲ ਤੋਂ ਵੀ ਸੁੰਨ ਸੀ। ਅੱਗੇ ਜਦੋਂ ਇਹ ਬ੍ਰਹਮ ਲੀਨ ਹੋ ਜਾਂਦਾ ਹੈ ਸਾਰਾ ਆਪਣੇ ਆਪ 'ਚ, ਫਿਰ ਸੁੰਨ ਰਹਿ ਜਾਂਦੀ। ਸੁੰਨ ਕੀ ਹੈ? ਪਰਮਾਤਮਾ ਦੇ ਵਿੱਚ ਕਦੇ ਵੀ ਕੋਈ ਗਤੀ ਨਹੀਂ ਹੋਈ। परमात्मा एक गतिहीन शक्ति है, आत्म तत्व है, वो आखिरी तत्व है। ਉਹਦੇ 'ਚ ਸਮੁੰਦਰ 'ਚ ਕੋਈ ਗਤੀ ਨਹੀਂ ਹੁੰਦੀ। ਨਜਾ ਸਾਹਿਬ, ਸਮੁੰਦਰ ਦੇ ਵਿੱਚ ਤਰੰਗਾਂ ਪੈਦਾ ਹੁੰਦੀਆਂ। ਸਮੁੰਦਰ ਦੇ ਵਿੱਚ ਕੋਈ ਗਤੀ ਨਹੀਂ। ਥੱਲੇ ਜਾ ਕੇ ਵੇਖੋ ਨਾ, ਜਿਹੜਾ ਥੱਲੜਾ ਸਮੁੰਦਰ ਹੈ ਉਹ ਇੱਕਦਮ ਸ਼ਾਂਤ ਬੈਠਾ, ਮੂਵਮੈਂਟਲੈਸ, ਇੱਕਦਮ ਮੂਵਮੈਂਟਲੈਸ। ਉਸੇ ਤਰ੍ਹਾਂ ਹੀ ਇਹ ਬ੍ਰਹਮ ਹੈ। ਇਹ ਬ੍ਰਹਮ ਜਿਹੜਾ ਹੈ, ਇਹ ਸਾਰਾ ਬ੍ਰਹਮ ਆਤਮਾ ਤੱਤ ਦੇ ਅੰਦਰ ਹੈ। ਤੇ ਆਤਮਾ ਇੱਕਦਮ ਸ਼ਾਂਤ, ਕੋਈ ਗਤੀ ਨਹੀਂ। ਜਦੋਂ ਤੁਸੀਂ ਨਿਰਵਿਚਾਰ ਹੋ ਜਾਂਦੇ ਜੋ, ਉਹ ਥੋੜੀ ਜਿਹੀ ਸੁਰਤੀ ਚੜ ਜਾਂਦੀ
ਜਾਂਦੀ ਹੈ ਜਦੋਂ ਤੁਸੀਂ ਵੇਖੋ ਉਸ ਤੱਤ ਦੇ ਵਿੱਚ ਕੋਈ ਮੂਵਮੈਂਟ ਨਹੀਂ ਹੁੰਦੀ, ਉੱਥੇ ਕੋਈ ਸੂਰਜ ਨਹੀਂ, ਕੋਈ ਚੰਦਰਮਾ ਨਹੀਂ, ਕੋਈ ਤਾਰਾ ਨਹੀਂ, ਇੱਥੋਂ ਤੱਕ ਉੱਥੇ ਟਾਈਮ ਨਹੀਂ ਹੈਗਾ। ਟਾਈਮ ਉਦੋਂ ਹੀ ਹੁੰਦਾ ਵਾ ਜਦੋਂ ਤੁਸੀਂ ਬਾਹਰ ਆ ਜਾਂਦੇ ਹੋ। ਜਦੋਂ ਸੁਰਤੀ ਚੜ ਜਾਂਦੀ ਤੁਹਾਨੂੰ ਹੋਸ਼ ਥੋੜੀ ਰਹਿੰਦੀ ਕਿ ਮੈਂ ਇੱਕ ਸਰੀਰ ਹੈਗਾ, ਉੱਥੇ ਤੁਸੀਂ ਉਹਦਾ ਰੂਪ ਹੋ ਜਾਂਦੇ, ਇੱਕ ਹੋ ਜਾਂਦੇ। ਹਾਂਜੀ ਨਜਰ ਸਾਹਿਬ ਅੱਗੇ ਚਲੀਏ। ਹਾਂਜੀ। कबीर मारी मरो कुसंग की, केले निकट जो बेर, ਉਹ ਚੂਲੇ ਉਹ ਚੀਰੀਏ ਸਾਕਤ ਸੰਗ ਨਾ ਹੇਰ। ਕਹਿੰਦੇ ਪ੍ਰੋਬਲਮ ਆ ਹੈਗੀ ਤੇਰੀ ਪਿਆਰਿਆ, ਜਦ ਤੂੰ ਜਿਹੜਾ ਹੈਗਾ ਸੰਗਤ ਦੇਖ, ਤੂੰ ਕਿਹੜੀ ਸੰਗਤ ਕਰ ਰਿਹਾ। ਜਦ ਤੂੰ ਸੰਗਤ ਜਿਹੜੀ ਹੈਗੀ, ਜਿਹੜੀ ਸਤ ਸੰਗਤ, ਜਿਹੜੀ ਸੱਚੀ ਸੰਗਤ ਹੈਗੀ ਆ, ਉਹ ਛੱਡ ਦਿੱਤੀ ਤੇ ਤੂੰ ਤਾਂ ਫਿਰ ਸੰਗਤ ਰਹਿ ਗਈ ਮਾੜੀ ਸੰਗਤ ਰਹਿ ਗਈ। ਤੇ ਫਿਰ ਜਿਹੜਾ ਹੈਗਾ ਕਹਿੰਦੇ ਮਾੜੀ ਸੰਗਤ ਤਾਂ ਐਸੀ ਹੈ ਕਿ ਜਿੱਤੇ ਹੁਣ ਕੇਲਾ ਵਿਚਾਰਾ ਜਿਹੜਾ ਹੈਗਾ ਬੇਰੀ ਦੇ ਨੇੜੇ, ਬੇਰੀ ਉੱਗੀ ਹੋਏ ਕੇਲੇ ਦੇ ਨੇੜੇ, ਬਸ ਉਹਨੇ ਬੇਰੀ ਨੇ ਜਿਹੜਾ ਜਿਉਂ ਹਵਾ ਚੱਲਣੀ ਆ ਤੇ ਉਹ ਕੇਲੇ ਦੇ ਪੱਤੇ ਚੀਰੀ ਜਾਣੇ ਆ ਬੇਰੀ ਨੇ, ਉਹਨੇ ਕੰਡਿਆਂ ਨੇ। ਕੰਡੇ ਵੀ ਐਸੇ ਹੁੰਦੇ ਬੇਰੀ ਦੇ ਵੀ ਸਿੱਧਾ ਨਹੀਂ ਹੁੰਦਾ ਕੰਡਾ, ਅੱਗਿਓਂ ਜਿਹੜਾ ਮੁੜਿਆ ਹੁੰਦਾ ਕੰਡਾ, ਬਿਲਕੁਲ ਜਿਵੇਂ ਮੱਛੀ ਨੂੰ ਫੜੀਦਾ ਉਵੇਂ ਦਾ ਕੰਡਾ ਹੁੰਦਾ। ਇੱਕ ਕੰਡੇ ਨੂੰ ਹਟਾਓ, ਦੂਜਾ ਜਿਹੜਾ ਨਾਲ 10 ਚਿੰਬੜ ਜਾਂਦੇ ਆ ਬੇਰੀ ਦੇ ਕੰਡੇ, ਐਸੇ ਖਤਰਨਾਕ ਹੁੰਦੇ ਆ। ਕਹਿੰਦੇ ਐਸੀ ਹੈ ਕੁਸੰਗਤ, ਛੱਡਦੀ ਨਹੀਂ ਹੈ ਫਿਰ ਉਹ। ਮਾਰੀ ਮਰੋ ਕਬੀਰ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਹੇਰ। ਦੇਖ ਲਾ ਪਿਆਰਿਆ, ਰੱਬ ਤੋਂ ਟੁੱਟੇ ਹੋਏ ਬੰਦੇ ਜਿਹੜੇ ਹੈਗੇ, ਉਹਨਾਂ ਦੀ ਸੰਗਤ ਨਾ, ਉਹਨਾਂ ਦੀ ਸੰਗਤ ਤੋਂ ਬਚ, ਉਹਨਾਂ ਦੀ ਸੰਗਤ ਨਾ ਲੱਭ। ਸੰਗਤ ਲੱਭ ਜਿਹੜਾ ਹੈਗਾ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਆ। ਹਾਂਜੀ ਵੀਰ ਜੀ। ਹਾਂਜੀ, ਕਹਿੰਦੇ ਆ ਕਿ ਚੰਗੀ ਸੰਗਤ ਤੁਸੀਂ ਕਰੋਗੇ ਨਾ, ਤੁਹਾਡੇ ਦੇ ਰੰਗ ਚੜੇਗਾ ਜ਼ਰੂਰ, ਬਟ ਟਾਈਮ ਬਹੁਤ ਲੱਗਦਾ, ਬਹੁਤ ਟਾਈਮ ਲੱਗੇਗਾ। ਤੇ ਮਾੜੀ ਸੰਗਤ ਤੁਸੀਂ ਕਰਕੇ ਵੇਖ ਲਿਓ, ਤੁਹਾਨੂੰ ਉਸੇ ਟਾਈਮ ਤੁਹਾਨੂੰ ਉਹਦਾ ਉੱਤਰ ਮਿਲ ਜਾਏਗਾ। ਬਹੁਤ ਛੇਤੀ ਤੁਹਾਡੇ ਦਾ ਅਸਰ ਹੋਣਾ। ਮਾੜੀ ਸੰਗਤ, ਮਾੜੀ ਤੁਹਾਡੇ ਅੰਦਰ ਚੰਗੇ, ਦੇਖੋ ਸਾਡੇ ਅੰਦਰ ਚੰਗੇ ਸੰਸਕਾਰ ਵੀ ਆ ਤੇ ਮਾੜੇ ਸੰਸਕਾਰ ਵੀ ਆ ਚਿੱਤ ਦੇ ਵਿੱਚ, ਤੇ ਚੰਗੇ ਸੰਸਕਾਰਾਂ ਨੂੰ ਪ੍ਰਗਟ ਕਰਨ ਦੇ ਲਈ ਟਾਈਮ ਲੱਗਦਾ, ਤੇ ਮਾੜੇ ਸੰਸਕਾਰਾਂ ਨੂੰ ਪ੍ਰਗਟ ਕਰਨ ਦੇ ਲਈ ਕੋਈ ਟਾਈਮ ਨਹੀਂ ਲੱਗਦਾ। ਤੁਸੀਂ ਆਰਡਰ ਕੀਤਾ, ਨਾਲ ਹੀ ਸਪਲਾਈ ਆ ਗਈ। ਤੇ ਚੰਗੇ ਸੰਸਕਾਰਾਂ ਦਾ ਤੁਸੀਂ ਆਰਡਰ ਕਰਕੇ ਦੇਖੋ, ਤੁਹਾਨੂੰ ਸਪਲਾਈ ਨਹੀਂ ਮਿਲਣੀ, ਵੇਟ ਬਹੁਤ ਕਰਨਾ ਪੈਂਦਾ। ਤਾਂਹੀਓ ਤਾਂ ਕਹਿੰਦੇ ਨੇ ਕਿ ਔਖਾ ਹੈ ਰਸਤਾ, ਆਸਾਨ ਨਹੀਂ ਹੈ। ਤੁਸੀਂ ਆਰਡਰ ਕਰੀ ਜਾਓ, ਉਹ ਤੁਹਾਡਾ ਆਰਡਰ ਆਉਂਦਾ ਹੀ ਨਹੀਂ। ਤੁਸੀਂ ਕਹੋ ਕਿ ਮੈਂ ਸੱਚ ਤੇ ਚੱਲਣਾ, ਤਾਂ ਆਰਡਰ ਕਰਕੇ ਵੇਖੋ ਆਪਣੇ ਅੰਦਰ ਕਿ ਮੈਂ ਸੱਚ ਤੋਂ ਚੱਲਣਾ ਚਾਹੁੰਦਾ, ਵੇਖੋ ਤੁਹਾਨੂੰ ਕਿੰਨੀ ਕੁ ਸਪੋਰਟ ਮਿਲਦੀ ਅੰਦਰੋਂ। ਤੁਹਾਡੀ ਆਰਡਰ ਦੀ ਉਹ ਵੇਟਰ ਏਦਾਂ ਦਾ, ਉਹਨੇ ਸੁਣਨੀ ਨਹੀਂ ਤੁਹਾਡੀ ਗੱਲ। ਮਨ ਰੂਪੀ ਵੇਟਰ, ਉਹਨੇ ਕਹਿਣਾ ਵੀ ਕੋਈ ਗੱਲ ਨਹੀਂ, ਕਰ ਲਾਂਗੇ, ਕੱਲ ਕਰ ਲਾਂਗੇ, ਕਿਤੇ ਚੱਲੇ ਆਪਾਂ, ਤੇ ਇਹ ਧਰਮ ਤੇ ਬਾਅਦ ਚ ਚੱਲਾਂਗੇ, ਜਦੋਂ ਸਾਰਾ ਜੀਵਨ ਖਤਮ ਹੋ ਜਾਊਗਾ ਫਿਰ ਚੱਲਾਂਗੇ। ਤੇ ਬੰਦਾ ਪੁੱਛੇ ਤੈਨੂੰ ਕਿ ਤੈਨੂੰ ਪਤਾ ਹੈ ਕਿ ਤੂੰ ਇੱਥੇ ਕਿੰਨਾ ਚਿਰ ਲੌਂਗ ਸਟੇ ਕਰਨਾ ਹੈ? ਤੂੰ ਕਮ ਸੇ ਕਮ ਜ਼ਿਆਦਾ ਨਹੀਂ ਤੇ 10-20% ਤੇ ਉੱਥੇ ਕੰਮ ਕਰਨਾ। ਹੁਣ ਜਿਹੜਾ ਕੰਮ ਆ, ਹੁਣ ਜਿੱਥੇ ਤੁਸੀਂ ਕੰਮ ਹੀ ਨਹੀਂ ਕਰੋਗੇ, ਉੱਥੇ ਮਿਹਨਤ ਹੀ ਨਹੀਂ ਕਰੋਗੇ, ਉੱਥੇ ਟਾਈਮ ਨਹੀਂ ਦਿਓਗੇ, ਉਹ ਕੰਮ ਤੇ ਪੂਰਾ ਨਹੀਂ ਹੋਣਾ। ਉੱਥੇ ਪੈਂਡਿੰਗ ਪਿਆ। ਤੁਹਾਡੇ ਘਰ ਆ, ਤੁਸੀਂ ਸਵੈਟਰ ਨਹੀਂ ਹੋਣਿਆ, ਤੁਸੀਂ 100 ਸਾਲ ਨਾ ਆਉਣਾ ਤੇ ਤੁਹਾਡੀ ਜਗ੍ਹਾ ਕਿਸੇ ਨੇ ਥੋੜੀ ਹੋਣ ਜਾਣਾ। ਪਰ ਇਹ ਹੈ ਕਿ ਸਿਆਣੇ ਬੰਦੇ ਕੀ ਕਰਦੇ ਆ, ਉਹ ਕੱਪੜਾ ਲੱਤਾ ਧੋਂਦੇ ਵੀ ਆ, ਰੋਟੀ ਵੀ ਬਣਾਉਂਦੇ ਆ, ਸਫਾਈ ਵੀ ਕਰਦੇ ਆ, ਹੋਰ ਜੌਬ ਵੀ ਕਰਦੇ ਆ। ਇਹਦੇ ਬਾਵਜੂਦ ਵੀ ਆਪਣਾ ਅਧਿਆਤਮਿਕ ਜਿਹੜੀ ਯਾਤਰਾ ਹੈ ਉਸ ਤੇ ਵੀ ਇਨਵੈਸਟਮੈਂਟ ਕਰਦੇ ਆ। ਅੱਧਾ ਘੰਟਾ 45 ਮਿੰਟ ਤੇ ਬਹੁਤ ਜ਼ਰੂਰੀ ਹੈ। ਵੈਸੇ ਉਹਨਾਂ 24 ਘੰਟੇ ਕਿਹਾ ਨੇ, 24 ਘੰਟੇ ਚ ਦਸਵੰਧ ਕੱਢਣਾ, ਪਰ ਦਸਵੰਧ ਇਹ ਬਾਬੇ ਕਹਿੰਦੇ ਨਹੀਂ, ਉਹ ਤੇ ਪਿਆਂ ਦਾ ਦਸਵੰਧ ਹੈ, ਉਹ ਕਹਿੰਦੇ ਉਹ ਦੇ ਦਿਓ। ਅਸਲ ਚ ਦਸਵੰਧ ਜਿਹੜਾ ਉਹ ਨਾਮ ਦਾ ਵਾ, ਤੁਸੀਂ ਆਪਣੇ ਸਵਾਸਾਂ ਦਾ ਦਸਵੰਧ ਦੇਣਾ 10ਵਾਂ ਹਿੱਸਾ, ਤੇ ਪਰ ਉਹ ਮਾਇਨੇ ਬਦਲ ਗਏ ਨੇ, ਤੇ ਉਸ ਕਰਕੇ ਹੁਣ ਕਿਸੇ ਹੋਰ ਤਰੀਕੇ ਦਾ ਦਸਵੰਧ ਕੱਢਦੇ ਆ। ਦਸਵੰਧ ਦਾ ਤਾਂ ਫਾਇਦਾ ਕੋਈ ਨਹੀਂ, ਪੈਸਾ। ਹਾਂ ਗੋਰਕੀ ਸਾਹਿਬ, ਮਾਇਨੇ ਨਹੀਂ ਬਦਲੇ। ਐਕਚੁਅਲ ਕੀ ਹੈ ਕਿ ਸਵਾਸਾਂ ਦਾ ਦਸਵੰਧ ਦੇਣਾ ਬੜਾ ਔਖਾ ਹੈਗਾ ਗੋਰਕੀ ਸਾਹਿਬ। ਪੈਸਿਆਂ ਦਾ ਤਾਂ ਫੱਟ ਦੇ ਨਹੀਂ ਦਿੱਤਾ, 1 ਸਕਿੰਟ ਲੱਗਦਾ। ਸਵਾਸਾਂ ਦਾ ਦਸਵੰਧ ਦੇਣਾ ਤਾਂ ਬਹੁਤ ਔਖਾ ਹੈ। ਪਰ ਔਖਾ ਤਾਂ ਹੈ ਨਿੱਜਰ ਸਾਹਿਬ, ਪਰ ਇਹ ਵੀ ਹੈ ਨਾ ਕਿ
ਗੋਬਿੰਦ ਭਜਨ ਬਿਨ ਦਿਲ ਨਹੀਂ ਮਾਨੇ। ਹਾਂ, ਉਹ ਨਹੀਂ ਮੰਨਦੇ ਭਾਈ, ਨਹੀਂ ਮੰਨਦੇ, ਬਿਲਕੁਲ ਸਹੀ ਗੱਲ ਹੈ। ਬਾਣੀ ਚ ਤੇ ਵੀ ਪੁੱਛੋ ਨਾ, ਅਗਲੇ ਬੰਨੇ ਦਾਦੇ ਕਿਉਂ ਨਹੀਂ ਆ? ਇਹ ਤੇ ਦਾਦੇ ਹੀ ਨਹੀਂ ਆ। ਹਾਂ, ਕਿ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨੇ, ਉੱਥੇ ਲਿਖਿਆ ਤੁਕ ਚ। ਤਿਲ ਵੀ ਨਹੀਂ ਮੰਨਦਾ, ਬਿਲਕੁਲ ਨਹੀਂ ਮੰਨਦਾ ਭਾਈ। ਤਿਲ ਜਿੰਨਾ ਜਸ ਤੋਂ ਮਾਸ ਨਹੀਂ ਹਿਲਦਾ। ਅਗਲਾ ਕਹਿੰਦਾ ਮੈਂ ਨਹੀਂ ਹਿਲਦਾ, ਕੀ ਕਰ ਲਏਗਾ? ਉੱਥੇ ਸਾਡਾ ਜ਼ੋਰ ਲੱਗਦਾ, ਉੱਥੇ ਜ਼ੋਰ ਹੀ ਨਹੀਂ ਚੱਲਦਾ। ਬਿਲਕੁਲ ਠੀਕ ਹੈ ਜੀ ਨਿੱਜਾ ਸਾਹਿਬ। ਇੱਕ ਹੋਰ ਲੈ ਲਈਏ ਗੋਰਖੀ ਸਾਹਿਬ, ਆਖਰੀ। ਹਾਂ, ਇਹਦੇ ਵਿੱਚ ਕਬੀਰ ਜੀ ਜਿਹੜੇ ਹੈਗੇ ਬਹੁਤ ਕੀਮਤੀ ਨੁਕਤਾ ਦੇ ਰਹੇ। ਕਬੀਰ ਭਾਰ ਭਰਾਈ ਸਿਰ ਚਰੈ ਚਲਿਓ ਚਾਹੇ ਬਾਟ। ਕਹਿੰਦੇ ਹੁਣ ਰੱਬ ਦੇ ਰਸਤੇ ਤੇ ਜਾਣਾ ਚਾਹੁੰਦਾ ਇਨਸਾਨ, ਪਰ ਜਿਹੜਾ ਹੈਗਾ ਪਰਾਇਆ ਲੋਡ ਵੀ ਚੁੱਕੀ ਜਾ ਰਿਹਾ ਹੈ। ਭਾਰ ਪਰਾਇਆ ਚੁੱਕੀ ਜਾ ਰਿਹਾ। ਪਰਾਇਆ ਭਾਰ ਕੀ ਹੈਗਾ ਬਈ? ਦੂਜੇ ਦੇ ਅਵਗੁਣ ਫੋਲੀ ਜਾ ਰਿਹਾ ਦੂਜੇ ਦੇ ਅਵਗੁਣ, ਦੂਜੇ ਦੀ ਨਿੰਦਿਆ, ਚੁਗਲੀ, ਈਰਖਾ, ਸਾਰੀ ਇਹ ਪਰਾਇਆ ਲੋਡ ਹੈਗਾ ਭਾਈ। ਫਲਾਨਾ ਇਸ ਤਰ੍ਹਾਂ, ਟਿਮਕਾ ਇਸ ਤਰ੍ਹਾਂ, ਉਹਨੇ ਆਹ ਕਹਿਤਾ, ਉਹਨੇ ਉਹ ਕਹਿਤਾ, ਚੁੱਕੀ ਜਾ ਰਿਹਾ ਆਪਣੇ ਸਿਰ ਤੇ, ਲੋਡ ਵਧਾਈ ਜਾ ਰਿਹਾ ਆ। ਔਰ ਚਾਹੁੰਦਾ ਹੈ ਕਿ ਮੈਂ ਰੱਬ ਦੇ ਰਸਤੇ ਤੇ ਚੱਲਾਂ, ਮੈਂ ਧਿਆਨ ਸਿਮਰਨ ਕਰ ਲਾਂ, ਮੈਂ ਅੰਦਰ ਵੜ ਲਾਂ, ਮੈਂ ਜਿਹੜਾ ਹੈਗਾ ਮੇਰੇ ਵਿਚਾਰ ਬੰਦ ਹੋ ਜਾਣ, ਸੁਣਨ ਦੇ ਵਿੱਚ ਚਲੇ ਜਾਵਾਂ। ਕਬੀਰ ਜੀ ਕਹਿੰਦੇ ਇਹ ਨਹੀਂ ਹੋ ਸਕਦਾ ਪਿਆਰਿਆ। ਦੇਖ, ਪਰਾਇਆ ਭਾਰ ਚੁੱਕਣਾ ਬੰਦ ਕਰ ਦੇ ਪਹਿਲਾਂ ਤੈਨੂੰ, ਕਿਉਂਕਿ ਇੱਥੇ ਤਾਂ ਚੜਾਈ ਹੈ ਪਿਆਰਿਆ, ਤੂੰ ਉੱਪਰ ਨੂੰ ਜਾਣਾ ਆ। ਔਗਟ ਕਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਤੇ ਤੂੰ ਪਰਾਇਆ ਭਾਰ ਲੋਡ ਹੋਰ ਚੁੱਕੀ ਜਾ ਰਿਹਾ। ਲੋਡ ਤਾਂ ਡ੍ਰੌਪ ਕਰਨਾ ਸੀਗਾ। ਕਬੀਰ ਭਾਰ ਪਰਾਈ ਸਿਰ ਚਰੈ ਚਲਿਓ ਚਾਹੇ ਬਾਟ। ਚਾਹੁੰਦਾ ਹੈ ਰੱਬ ਵਾਲੇ ਰਸਤੇ ਤੇ ਚੜਾਈ ਕਰਨੀ, ਆਪਣੇ ਭਾਰ ਨਾ ਡਰੈ ਆਗੇ ਔਗਟ ਕਾਟ। ਤੈਨੂੰ ਡਰ ਨਹੀਂ ਲੱਗ ਰਿਹਾ? ਤੇਰਾ ਭਾਰ ਇੰਨਾ ਲੋਡ ਚੁੱਕੀ ਜਾ ਰਿਹਾ, ਤੇਰੇ ਕੋਲ ਤਾਂ ਇੱਕ ਕਦਮ ਵੀ ਨਹੀਂ ਉੱਪਰ ਨੂੰ ਚੜਿਆ ਜਾ ਰਿਹਾ। ਅੱਗੇ ਤਾਂ ਬੜੀ ਔਗਟ ਘਾਟੀ ਹੈ ਪਿਆਰਿਆ, ਕਿਵੇਂ ਚੜੇਗਾ ਦੱਸ ਇਸ ਲੋਡ ਦੇ ਨਾਲ? ਹਾਂਜੀ ਵੀਰ ਜੀ। ਹੁਣ ਕਹਿੰਦੇ ਕਬੀਰ ਜੀ ਕਹਿ ਰਹੇ ਨੇ ਕਿ ਵੀਰ ਭਾਰ ਪਰਾਏ ਸਿਰ ਚੜੇ, ਚਲਿਓ ਚਾਹੇ ਬਾਟ। ਫਿਰ ਅਗਲੇ ਬੰਨੇ ਤੁਕ ਬੋਲਦੇ ਆ, ਆਪਣੇ ਭਾਰ ਨਾ ਡਰੇ ਆਗੇ ਔਗਟ ਕਾਟ। ਆਪਣੇ ਭਾਰੇ ਨਾ ਡਰੇ, ਕਹਿੰਦੇ ਭਾਰ ਚੁੱਕੀ ਜਾ ਰਿਹਾ, ਡਰਦਾ ਹੈ ਨਹੀਂਗਾ। ਅੱਗੇ ਤਾਂ ਬੜਾ ਪਹਾੜੀ ਰਸਤਾ ਹੈਗਾ, ਉੱਥੇ ਕਿਵੇਂ ਚੜ ਜਾਏਗਾ? ਕਿਵੇਂ ਚੱਲ ਪਏਗਾ ਦੱਸ ਇੰਨਾ ਭਾਰ ਲੈ ਕੇ, ਲੋਡ ਲੈ ਕੇ? ਹਾਂਜੀ ਵੀਰ ਜੀ। ਇੱਕ ਕਹਿੰਦੇ ਕਿ ਤੂੰ ਬੇਖਮ ਹੈ ਤੇ ਤੇਰੇ ਤੋਂ ਤਾਂ ਭੋਲਿਆ ਆਪਣਾ ਵਜਨ ਨਹੀਂ ਚੁੱਕਿਆ ਜਾਣਾ, ਉਸ ਤੋਂ ਬਾਅਦ ਤੂੰ ਪਰਾਈ ਨਿੰਦਿਆ ਕਰਕੇ ਤੇ ਹੋਰ ਬੋਝ ਪਾਈ ਜਾਂਦਾ ਆਪਣੇ ਉੱਪਰ। ਹਾਂ, ਦੇਖੋ ਐਸੇ ਸਾਧ ਸੰਗਤ ਜੀ, ਕਈ ਵਾਰੀ ਆਪਾਂ ਨਿੰਦਿਆ ਤੇ ਕਰਦੇ ਹਾਂ, ਚਲੋ ਅਗਲੇ ਦਾ ਫਾਇਦਾ ਹੋਣਾ ਜਾਂ ਨਹੀਂ ਹੋਣਾ, ਪਰ ਬੰਦਾ ਤੇ ਚੰਦਰਮਾ ਤੇ ਥੁੱਕ ਜਾਂਦਾ, ਥੁੱਕ ਦਿੰਦਾ ਮੂੰਹ ਤੇ। ਭਾਵੇਂ ਬੰਦੇ ਦੇ ਮੂੰਹ ਤੇ ਪੈ ਜੇ, ਬੰਦੇ ਨੂੰ ਆਦਤ ਨਹੀਂ ਜਾਂਦੀ, ਬੰਦੇ ਦੀ ਆਦਤ। ਹੁਣ ਅਗਲਾ ਕੀ ਤਾਂ ਸੱਚਾ ਨਾ ਹੋਵੇ, ਪਰ ਆਪਾਂ ਨਿੰਦਿਆ ਕਰਕੇ ਉਹਦਾ ਬੋਝ ਚੁੱਕ ਤੇ ਲੈਂਦੇ ਨੇ। ਜੈਸਾ ਕਿਸੇ ਦਾ ਨਾਂ ਖਰਾਬ ਕਰ ਦੇਣਾ, ਕਿਸੇ ਦੇ ਪ੍ਰਤੀ ਮਾੜਾ ਲਫ਼ਜ਼ ਬੋਲ ਦੇਣਾ, ਕਿਸੇ ਦੀ ਬਦਨਾਮੀ ਕਰ ਦੇਣੀ, ਗੱਲ ਦਾ ਪਤਾ ਹੀ ਨਹੀਂ ਸਾਨੂੰ। ਮੋਸਟਲੀ ਆਪਾਂ ਕਈ ਵਾਰੀ ਏਦਾਂ ਦੀ ਗੱਲ ਕਰ ਜਾਂਦੇ ਹਾਂ। ਉਹ ਕਹਿੰਦੇ ਆ ਕਿ ਇਹਦੇ ਨਾਲ ਤੇਰਾ ਵਜਨ ਵੱਧ ਜੂਗਾ, ਤੇਰੀ ਜਿਹੜੀ ਯਾਤਰਾ ਤੇਰੀ ਮੁਸ਼ਕਿਲ ਹੋ ਜੂਗੀ। ਇਸ ਲਈ ਤੁਕ ਬਾਣੀ ਦੀ ਇੱਕ ਲਿਖੀ ਹੈ ਸਪੈਸ਼ਲ, ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਤੂੰ ਅਨਸੈਸਰੀ ਹੈ ਨਾ ਗਾਰਬੇਜ ਇਕੱਠਾ ਕਰ ਲੈ, ਤੂੰ ਸਵੇਰ ਤੋਂ ਸ਼ਾਮ ਤੱਕ ਜਿਹੜਾ ਲੋਕਾਂ ਦਾ ਕੂੜਾ ਕਰਕਟ ਫਰੋਲੀ ਜਾਂਦਾ ਹੈ ਨਾ, ਇਹ ਨਾ ਸੋਚੀ ਕਿ ਕੂੜਾ ਜਦੋਂ ਫਰੋਲੇਗਾ ਕੂੜਾ ਲੱਗਣਾ ਜ਼ਰੂਰੀ, ਉਹਦੀ ਬੋ ਤੇਰੇ ਚ ਵੀ ਆਉਣੀ ਹੈ। ਅਜਾ ਸਾਹਿਬ ਬਿਲਕੁਲ ਸਹੀ ਗੱਲ ਹੈ। ਤੁਸੀਂ ਗੰਦਗੀ ਨੂੰ ਫਰੋਲੋ ਜਾ ਕੇ, ਕਿ ਡੰਡਾ ਲੈ ਕੇ ਇਹਦਾ ਕੂੜਾ ਉੱਥੇ ਫਰੋਲੀਏ, ਕੀ ਉਹਨੂੰ ਫਰੋਲਣ ਦੇ ਨਾਲ ਸਾਨੂੰ ਬਦਬੂ ਨਹੀਂ ਆਊਗੀ? ਇਸੇ ਤਰ੍ਹਾਂ ਕਹਿੰਦੇ ਜੇ ਤੂੰ ਪਰਾਈ ਨਿੰਦਿਆ ਕਰਦਾ ਕਿਸੇ ਨੂੰ ਜਾਣੇ ਬਿਨਾ ਉੱਤੇ ਤੁਹਮਤ ਲਾਉਣਾ ਤੇ ਤੇਰੇ ਤੇ ਵੀ ਸੱਜਣਾ ਅਸਰ ਹੋਣਾ। ਤੇਰਾ ਤਾਂ ਆਪਣਾ ਸਮਾਨ ਚੋਂ ਚੁੱਕ ਲੈ ਬੜੀ ਵੱਡੀ ਗੱਲ ਆ, ਤੇ ਦੂਜਿਆਂ ਦਾ ਵੀ ਚੁੱਕੀ ਫਿਰਦਾ ਹੈ, ਤੇ ਤੇਰੇ ਲਈ ਫਿਰ ਸਫ਼ਰ ਕਰਨਾ ਔਖਾ ਹੈ, ਕਿਉਂਕਿ ਤੇਰੇ ਮਨ ਦੇ ਅੰਦਰ ਉਹ ਸੰਸਕਾਰ ਘੁੰਮਣੇ ਨੇ। ਕਿਉਂਕਿ ਜਿਹੜੀ ਗੱਲ ਸੋਚੀ ਹੈ, ਲੋਕਾਂ ਨਾਲ ਕੀਤੀ ਹੈ, ਪਰ ਨਿੰਦਿਆ ਕਰਨੀ ਹੋਵੇ ਤੇ ਬੰਦੇ ਨੂੰ ਕਿੱਥੋਂ ਜ਼ੁਬਾਨ ਮਿਲ ਜਾਂਦੀ। ਕਹਿੰਦੇ ਗੂੰਗੇ ਵੀ ਬੋਲਣ ਡੈ ਪੈਂਦੇ। ਇੰਨਾ ਰਸ ਆਉਂਦਾ ਬੰਦੇ ਨੂੰ, ਬੜਾ ਰਸ ਹੈ, ਕੰਨਾਂ ਦਾ ਰਸ ਹੈ। ਕਿਸੇ ਦੀਆਂ ਗੁਪਤ ਗੱਲਾਂ ਸੁਣਨ ਵਿੱਚ ਬੰਦੇ ਨੂੰ ਬਹੁਤ ਚੰਗਾ ਲੱਗਦਾ।
ਇਹ ਕਹਿੰਦੇ ਦੋਸ਼ ਹੈਗਾ, ਚੰਗੀ ਚੀਜ਼ ਨਹੀਂ ਹੈ। ਠੀਕ ਹੈ ਨਜਾ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਹਾਂਜੀ, ਇੱਕ ਹੋਰ ਚੀਜ਼ ਕਬੀਰ ਜੀ ਕਹਿੰਦੇ ਕਿ ਕਬੀਰ ਔਰਨ ਕੋ ਉਪਦੇਸਤੇ ਮੁਖ में पर है रेत ਰਾਸ ਵੀਰਾਨੀ ਰਾਖਤੇ ਖਾਇਆ ਘਰ ਕਾ ਖੇਤ। ਕਹਿੰਦੇ ਇੱਕ ਹੋਰ ਚੀਜ਼ ਯਾਦ ਰੱਖ ਲੈ ਪਿਆਰਿਆ, ਦੇਖ ਤੇਰੇ ਸਿਰ ਤੇ ਤੇਰਾ ਆਪਣਾ ਹੀ ਭਾਰ, ਤੇਰੇ ਆਪਣੇ ਕਰਮਾਂ ਦਾ ਭਾਰ ਬਹੁਤ ਜ਼ਿਆਦਾ ਹੈਗਾ। ਤੂੰ ਲੋਕਾਂ ਨੂੰ ਜਿਹੜਾ ਹੈਗਾ ਲੋਕਾਂ ਦਾ ਭਾਰ ਚੁਕਾਉਣ ਲੱਗ ਗਿਆ ਹੈ, ਲੋਕਾਂ ਨੂੰ ਸੁਧਾਰਨ ਲੱਗ ਗਿਆ ਹੈ। ਦੇਖ ਇਹਦੇ ਨਾਲ ਉਹਨਾਂ ਨੂੰ ਨਹੀਂ ਸੁਧਾਰ ਸਕਣਾ ਤੂੰ, ਤੇਰੀ ਜਿਹੜੀ ਆਪਣੀ ਜਿਹੜੀ ਹੈਗੀ ਆ, ਤੇਰਾ ਖੇਤ ਜਿਹੜਾ ਹੈ ਉੱਜੜ ਜਾਣਾ ਹੈ ਪਿਆਰਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਕਿ ਤੁਸੀਂ ਇਹ ਨਾ ਹੋਵੇ ਕਿ ਲੋਕਾਂ ਤੇ ਜ਼ਿਆਦਾ ਇੰਟਰਸਟ ਰੱਖੋ। ਹਾਂ, ਤੇਰੇ ਤੇ ਤੇਰੀ ਖੇਤ ਨੂੰ ਤੇ ਆਪ ਬਿਲਕੁਲ ਬਿਲਕੁਲ। ਤੇ ਜਿੱਦਾਂ ਮਤਲਬ ਮੇਰੇ ਵਰਗਾ ਕਹੀ ਜਾਵੇ ਕਿ ਉਹ ਵੀ ਫਲਾਣੇ ਘਰ ਅੱਗ ਲੱਗੀ, ਫਲਾਣੇ ਘਰ ਅੱਗ ਲੱਗੀ, ਪਰ ਮੈਨੂੰ ਆਪਣੇ ਘਰ ਨਹੀਂ ਦਿਖਦਾ ਤੇ ਮੇਰੇ ਘਰ ਵੀ ਅੱਗ ਲੱਗੀ ਹੈ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ। ਹਮੇਸ਼ਾ ਹੀ ਜਿਹੜੀ ਚੀਜ਼ ਮੇਰੇ ਅੰਦਰ ਹੈਗੀ ਆ ਤੇ ਮੇਰਾ ਫਰਜ਼ ਨਹੀਂ ਬਣਦਾ ਦੂਜੇ ਦਾ ਉਸ ਚੀਜ਼ ਦੇ ਬਾਰੇ ਗੱਲ ਕਰਨ ਦਾ, ਪਰ ਬੰਦਾ ਤੇ ਕਰਦਾ। ਬੰਦਾ ਉਦੋਂ ਆਪਣੇ ਆਪ ਨੂੰ ਸੰਤ ਸਮਝ ਲੈਂਦਾ ਕਿ ਮੈਂ ਬੜਾ ਪਵਿੱਤਰ ਆ, ਤੇ ਪਵਿੱਤਰ ਤੇ ਫਿਰ ਉਹ ਤੇ ਇੱਕ ਭਰਮ ਹੀ ਆ। ਫਿਰ ਹਾਂ, ਅਗਲੇ ਦਿਨ ਤਾਂ ਨਿਬੇੜਾ ਕਰ ਦੇਣਾ, ਉੱਥੇ ਸੱਚੋ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾਲਿਆ। ਹਾਂਜੀ ਵੀਰ। ਹਾਂ, ਤੇ ਜਦੋਂ ਆਪਾਂ ਬਾਣੀ ਚ ਕਿਹਾ ਵਾ ਤੋਕ ਆਉਂਦੀ ਪਿੱਕਾ ਬੋਲ ਨਾ ਬੋਲੀਏ ਤਨ ਮਨ ਪਿੱਕਾ ਹੋਵੇ, ਕਿ ਤੂੰ ਪਿੱਕਾ ਬੋਲ ਨਾ ਬੋਲ, ਤੈਨੂੰ ਪਤਾ ਨਹੀਂ ਆ, ਤੂੰ ਅੰਦਾਜ਼ੇ ਲਾਈ ਜਾਂਦਾ ਹੈ। ਸੱਚ ਵੀ ਵੈਸੇ ਬਾਣੀ ਕਹਿੰਦੀ ਤੈਨੂੰ ਜੇ ਸੱਚ ਦਾ ਪਤਾ ਲੱਗਾ ਫਿਰ ਵੀ ਨਾ ਕਿਸੇ ਦਾ। ਬਿਲਕੁਲ ਸਹੀ ਗੱਲ ਹੈ। ਹਾਂ, ਉਹ ਤਾਂ ਦੇਖ ਕੇ ਅਨਡਿਟ ਕਰ ਦੇ, ਬਸ ਦੇਖ ਕੇ ਅਨਡਿਟ ਕਰ ਦੇ, ਨਹੀਂ ਦੇਖਿਆ। ਤੇਰੇ ਮਨ ਨੇ ਕਹਿਣਾ ਨਾ, ਜਦ ਤੱਕ ਤੂੰ 10-20 ਨੂੰ ਦੱਸੇਗਾ ਨਹੀਂ ਤੈਨੂੰ ਚੈਨ ਨਹੀਂ ਹੋਣਾ। ਪਰ ਕੋਸ਼ਿਸ਼ ਕਰੀ ਉਹਨੂੰ ਉੱਥੇ ਮਿੱਟੀ ਪਾ ਦੇ ਬਸ। ਉਹ ਗੁਰੂ ਨਾਨਕ ਪਾਤਸ਼ਾਹ ਦੀ ਨਾ ਇੱਕ ਬੜੀ ਵਧੀਆ ਕਹਾਣੀ ਹੈ, ਵੈਸੇ ਲੋਕਾਂ ਨੇ ਡੰਡ ਲਾਤੀ ਉਹ ਕਹਾਣੀ ਦੀ। ਪਤਾ ਲੋਕੀ ਨਾ ਏਦਾਂ ਹੀ ਕਰਦੇ ਆ, ਕਹਾਣੀਆਂ ਦਾ ਮਤਲਬ ਲੈਂਦੇ ਆ। ਉਹ ਕਹਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਹਾਣੀ ਸੀ। ਉਹ ਕਹਿੰਦੇ ਕਿ ਇੱਕ ਪਿੰਡ ਚ ਗਏ, ਉੱਥੇ ਮਾੜੇ ਲੋਕ ਮਿਲੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਜਾਣ ਲੱਗਿਆ ਕਿਹਾ ਕਿ ਤੁਸੀਂ ਵਸਦੇ ਰਹੋ, ਇੱਥੇ ਵਸੋ, ਠੀਕ ਹੈ। ਫਿਰ ਦੂਜੇ ਪਿੰਡ ਚ ਗਏ, ਉਹਨਾਂ ਬੜੀ ਇੱਜ਼ਤ ਕੀਤੀ, ਬੜਾ ਸਨਮਾਨ ਕੀਤਾ, ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤੁਸੀਂ ਉੱਜੜ ਜਾਓ। ਤੇ ਹੁਣ ਲੋਕੀ ਕਹੀ ਜਾਂਦੇ ਕਿ ਪਿੰਡ ਸੀ, ਉਹ ਪਿੰਡ ਚ ਲੋਕਾਂ ਨੂੰ ਕਿਹਾ ਸੀ, ਮਾੜੇ ਪਿੰਡ ਵਾਲੇ ਲੋਕਾਂ ਕਿ ਇੱਥੇ ਵਸੋ, ਜਿਹੜੇ ਚੰਗੇ ਪਿੰਡ ਵਾਲੇ ਸੀ ਉਹਨਾਂ ਨੂੰ ਕਿਹਾ ਤਾਂ ਸੀ ਕਿ ਤੁਸੀਂ ਉੱਜੜ ਜਾਓ। ਅਸਲ ਚ ਉਹ ਵਿਚਾਰ ਸਨ। ਬਿਲਕੁਲ ਬਿਲਕੁਲ। ਉਹਨਾਂ ਨੇ ਕਿਤੇ ਬੰਦੇ ਦੀ ਗੱਲ ਨਹੀਂ ਕੀਤੀ। ਉਹ ਕਹਿੰਦੇ ਕਿ ਚੰਗੇ ਵਿਚਾਰ ਉਹਨਾਂ ਦਾ ਪ੍ਰਚਾਰ ਕਰ, ਤੇ ਜੇ ਤੈਨੂੰ ਕਿਸੇ ਨੇ ਕੋਈ ਗੰਦੀ ਗੱਲ ਦੱਸਤੀ ਹੈ ਨਾ, ਕਿਸੇ ਨੇ ਕਿਸੇ ਦੇ ਦੂਜੇ ਦੇ ਪ੍ਰਤੀ, ਉੱਥੇ ਮਿੱਟੀ ਪਾ ਦੇ, ਉਹਨੂੰ ਉੱਥੇ ਛੱਡ ਆਵੇਂ। ਵਸਦੇ ਰਹੋ ਦਾ ਮਤਲਬ ਉਹਨੂੰ ਉੱਥੇ ਛੱਡ ਦੀ, ਉੱਥੇ। ਇਹ ਤੈਨੂੰ 2 ਕੰਨ ਦਿੱਤੇ ਆ, ਇੱਕ ਥਾਣੀ ਸੁਣ ਕੇ ਦੂਜੇ ਥਾਣੀ ਕੱਢ ਦੀ। ਪਰ ਤੁਹਾਨੂੰ ਪਤਾ ਗੱਲ ਸੁਣ ਕੇ ਤੇ ਪਹੁੰਚਾਉਣੀ ਕਿੱਡੀ ਔਖੀ ਆ। ਬੰਦੇ ਦਾ ਢਿੱਡ ਹੈ ਫੁੱਲ ਜਾਂਦਾ ਜਿੰਨਾ ਚਿਰ ਤੱਕ ਉਹ 10-20 ਨੂੰ ਦੱਸ ਨਹੀਂ ਦਿੰਦਾ। ਬਿਲਕੁਲ। ਉਹਨੂੰ ਚੈਨ ਨਹੀਂ ਆਉਂਦਾ, ਉਹਦਾ ਢਿੱਡ ਨੂੰ ਡਾਈਜੈਸਟ ਨਹੀਂ ਕਰ ਪਾਉਂਦਾ, ਹਜਮ ਨਹੀਂ ਹੁੰਦੀ ਗੱਲ ਉਹਨੂੰ। ਇੰਨਾ ਪਾਚਨ ਤੰਤਰ ਖਰਾਬ ਹੁੰਦਾ ਬੰਦੇ ਦਾ। ਤੇ ਉਹ ਗੁਰੂ ਨਾਨਕ ਪਾਤਸ਼ਾਹ ਤੇ ਉਹ ਕਹਿ ਕੇ ਗਏ ਨੇ ਗੱਲ ਨੂੰ, ਉੱਥੇ ਨੱਪ ਦੋ, ਉਹਨੂੰ ਮਿੱਟੀ ਪਾ ਦੋ। ਹੁਣ ਇੱਕ ਮੈਨੂੰ ਕਹਿੰਦਾ ਮਹਾਰਾਜ ਬਾਬਾ ਜੀ ਕਿੰਨੀ ਕੁ ਮਿੱਟੀ ਲੈ ਆਈਏ, ਮਿੱਟੀ ਮੁੱਕ ਗਈ ਹੈ, ਮਿੱਟੀ ਕਿੰਨੀ ਕੁ ਪਾ ਦਈਏ, ਕਿੰਨੀਆਂ ਗੱਲਾਂ ਨੱਪੀਏ। ਮੈਂ ਇਹ ਉਹੀ ਹੈ, ਤੁਸੀਂ ਬੁਰੀ ਚੀਜ਼ ਨੂੰ ਨੱਪ ਦੋ, ਉਹਨੂੰ ਉੱਥੇ ਉਹਦਾ ਪ੍ਰਚਾਰ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਉਹ ਚੰਗੀ ਚੀਜ਼ ਨਹੀਂ ਹੈਗੀ। ਇੱਕ ਨਾ ਵਿਚਾਰੇ ਇੱਥੇ ਸਮਾਪਤ। ਛੋਟੀ ਜਿਹੀ ਸਟੋਰੀ ਮੈਂ ਵੀ ਸੁਣਾ ਦਿੰਦਾ। ਇੱਕ ਨਾ 3 ਜਿਹੜੀਆਂ ਹੈਗੀਆਂ ਮੂਰਤੀਆਂ ਵੇਚਣ ਵਾਲਾ ਸੀਗਾ, ਉਹਨੇ ਮੂਰਤੀਆਂ 3 ਮੂਰਤੀਆਂ ਵੇਚ ਰਿਹਾ ਸੀਗਾ ਉਹ ਬੰਦਾ। ਤੇ ਉਹ ਦੱਸਿਆ ਉਹਨੇ 3 ਮੂਰਤੀਆਂ ਸੇਮ ਮੂਰਤੀਆਂ, ਬਿਲਕੁਲ ਕੋਈ ਵੀ ਉਹਨਾਂ ਦੇ ਵਿੱਚ ਚੇਂਜ ਨਹੀਂ ਆ, ਇੱਕੋ ਜਿਹੀਆਂ ਲੱਗਣ, ਤੇ ਮੁੱਲ ਜਿਹੜਾ ਹੈਗਾ ਅਲੱਗ-ਅਲੱਗ ਦੱਸੀ ਜਾਏ। ਇੱਕ ਦਾ ਮੁੱਲ 500 ਤੇ ਦੂਜੀ ਦਾ ਮੁੱਲ ਜਿਹੜਾ ਹੈਗਾ 1000, ਤੇ ਇੱਕ ਦਾ ਉਹਨੇ ਰੱਖਿਆ ਸੀਗਾ 10,000। ਉਹ ਕਹਿੰਦੇ ਤਿੰਨੋਂ ਦੀਆਂ ਤਿੰਨੋਂ ਮੂਰਤੀਆਂ ਤਾਂ ਹੈਗੀਆਂ ਤੇਰੀਆਂ, ਇੱਕੋ ਜਿਹੀਆਂ ਤਾਂ ਹੈਗੀਆਂ, ਤੂੰ ਇਹਨਾਂ ਨੂੰ ਅਲੱਗ-ਅਲੱਗ ਕਿਉਂ ਕੀਮਤ ਦੇ ਬੁਲਾਈ ਆ। ਕਹਿੰਦੇ ਉਹਨੇ ਇੱਕ ਜਿਹੜੀ ਆ ਨਾ ਸਲਾਈ ਦਿੱਤੀ, ਕਹਿੰਦੇ ਆਹ ਸਲਾਈ ਲੈ, ਤੇ ਜਿਸ ਤਰ੍ਹਾਂ ਜਿਹੜੀ ਮਾਡਰਨ ਵਾਲੀ, ਉਹ ਕਹਿੰਦੇ ਇਹਨੂੰ ਇੱਕ ਦੇ ਕੰਨ 'ਚ ਪਾ ਕੇ ਦੇਖ, ਪਾ ਪਹਿਲੀ ਦੇ ਕੰਨ 'ਚ ਪਾ।
ਉਹਨੇ ਪਹਿਲੀ ਦੇ ਕੰਨ 'ਚ ਪਾਇਆ ਅਤੇ ਕੰਨ 'ਚੋਂ ਪਾ ਕੇ ਜਿਹੜਾ ਹੈਗਾ ਉਹ ਜਿਹੜੀ ਹੈਗੀ ਦੂਜੇ ਪਾਸੇ ਨੂੰ ਨਿਕਲ ਗਈ, ਸਲਾਈ ਜਿਹੜੀ ਦੂਜੇ ਕੰਨ 'ਚੋਂ ਬਾਹਰ ਹੋ ਗਈ। ਕਹਿੰਦੇ ਇਹੀ ਸਲਾਈ ਲੈ ਲਾ ਹੁਣ ਦੂਜੀ ਮੂਰਤੀ ਦੇ ਪਾ ਦੇ। ਉਹਨੇ ਉਹਦੇ ਕੰਨ 'ਚ ਪਾਇਆ ਅਤੇ ਉਹਦੇ ਮੂੰਹ 'ਚੋਂ ਬਾਹਰ ਨਿਕਲ ਗਈ। ਕਹਿੰਦੇ ਤੀਜੀ ਦੇ ਵੀ ਪਾ, ਹੁਣ ਤੀਜੀ ਦੇ ਪਾਇਆ ਅਤੇ ਉਹ ਸਲਾਈ ਅੰਦਰ ਚਲੀ ਗਈ, ਕਿਤੇ ਨਿਕਲੀ ਨਹੀਂ। ਕਹਿੰਦੇ ਇਸ ਕਰਕੇ ਜਿਹੜੀ ਹੈਗੀ ਇਹ ਮੂਰਤੀ ਜ਼ਿਆਦਾ ਕੀਮਤੀ ਆ। ਹਾਂਜੀ ਵੀਰ ਜੀ। ਨਿੱਜਰ ਸਾਹਿਬ, ਗੱਲਾਂ ਦੇ ਵਿੱਚ ਵੀ ਤੇ ਗੱਲਾਂ 'ਚ ਛੋਟੀ ਛੋਟੀਆਂ ਕਹਾਣੀਆਂ 'ਚ ਕਿੰਨਾ ਸਾਰ ਹੁੰਦਾ ਹੈ, ਕਿੰਨੀ ਵਧੀਆ ਸਿੱਖਿਆ ਹੁੰਦੀ ਹੈ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰ ਦਈਏ। ਹਾਂਜੀ ਵੀਰ ਜੀ, ਠੀਕ ਹੈ ਜੀ। ਬਾਕੀ ਸਾਧ ਸੰਗਤ ਜੀ, ਟੈਨਸ਼ਨ ਵਾਲੀ ਕੋਈ ਗੱਲ ਨਹੀਂ। ਕਿਤੇ ਨਾ ਸੋਚਿਓ ਕਿ ਤੁਹਾਡੇ ਤੇ ਜ਼ਿਆਦਾ ਪ੍ਰੈਸ਼ਰ ਪਾਇਆ ਜਾ ਰਿਹਾ, ਪਰ ਉਹ ਹੈ ਹੀ ਸਵਾਲ ਹੀ ਏਦਾਂ ਦਾ ਵਾ, ਜਦ ਤੱਕ ਥੋੜਾ ਪ੍ਰੈਸ਼ਰ ਨਹੀਂ ਨਾ ਹੁੰਦਾ ਉਹਨਾਂ ਚਿਰ ਤੱਕ ਬੰਦੇ ਦਾ ਧਿਆਨ ਇੱਧਰ ਜਾਂਦਾ ਨਹੀਂ। ਜਿੱਦਾਂ ਕੋਈ ਚੀਜ਼ ਤੁਹਾਨੂੰ ਫ੍ਰੀ 'ਚ ਮਿਲ ਜਾਏ ਨਾ, ਤੁਸੀਂ ਉਹਦੀ ਕਦੇ ਵੀ ਕਦਰ ਨਹੀਂ ਕਰੋਗੇ, ਤੁਸੀਂ ਐਵੇਂ ਸੁੱਟ ਦੋਗੇ। ਤੇ ਜਦੋਂ ਤੁਸੀਂ ਉਹਦੀ ਕੀਮਤ ਦਿੱਤੀ ਹੁੰਦੀ ਹੈ ਤੇ ਫਿਰ ਤੁਸੀਂ ਉਹਨੂੰ ਬਹੁਤ ਸਾਂਭ ਕੇ ਰੱਖਦੇ ਹੋ। ਜਿੰਨੀ ਜ਼ਿਆਦਾ ਕੀਮਤ ਹੋਊਗੀ ਤੁਸੀਂ ਉਸ ਚੀਜ਼ ਨੂੰ ਓਨਾ ਹੀ ਜ਼ਿਆਦਾ ਸਾਂਭ ਕੇ ਰੱਖੋਗੇ। ਬਾਣੀ ਇਸੇ ਲਈ ਕਹਿੰਦੇ ਆ ਕਿ ਬਹੁਤ ਕੀਮਤੀ ਹੈ। ਉਹ ਸਾਨੂੰ ਕਹਿੰਦੇ ਨੇ ਕਿ ਤੇਰਾ ਜਿਹੜਾ ਸਰੀਰ ਹੈ ਇਹਦੀ ਬਹੁਤ ਕੀਮਤੀ ਇੱਕ ਹੀਰਾ ਹੈ, ਔਰ ਇਸ ਨੂੰ ਤੂੰ ਐਵੇਂ ਛੋਟੀਆਂ ਮੋਟੀਆਂ ਚੀਜ਼ਾਂ ਪ੍ਰਤੀ ਨਾ ਵੇਚ, ਇਹਦੀ ਕੀਮਤ ਨਾ ਘੱਟ ਪੈ। ਮਹਿੰਗੀ ਚੀਜ਼ ਹੈ ਔਰ ਇਸਦਾ ਇਸਤੇਮਾਲ ਇਸ ਤਰੀਕੇ ਨਾਲ ਕਰ ਕਿ ਤੈਨੂੰ ਕੱਲ ਨੂੰ ਅਫਸੋਸ ਨਾ ਹੋਵੇ। ਇਸ ਤੋਂ ਵੀ ਮਹਿੰਗੀ 1000 ਗੁਣਾ ਲੱਖਾਂ ਗੁਣਾ ਉਹਦੀ ਤਾਂ ਕੀਮਤ ਹੀ ਨਹੀਂ ਹੈ। ਜਿਹੜਾ ਨਾਮ ਪਦਾਰਥ ਪਿਆ ਹੋਇਆ ਉਹਦੇ ਵਾਸਤੇ ਇਹਨੂੰ ਯੂਜ਼ ਕਰ ਲਾ ਪਿਆਰਿਆ। ਬਸ ਇਹ ਸੌਦਾ ਤੇਰੇ ਲਈ ਬਹੁਤ ਸਸਤਾ ਸੌਦਾ ਹੋ ਜਾਊਗਾ, ਬੜੀ ਕੀਮਤੀ ਚੀਜ਼ ਮਿਲ ਜੂਗੀ। ਤੇਰਾ ਸਰੀਰ ਵੀ ਵੇਚ ਕੇ ਜਿਹੜਾ ਜੇ ਉਹ ਚੀਜ਼ ਪ੍ਰਾਪਤ ਹੋ ਜਾਏ ਤੇ। ਔਰ ਬਾਈ ਗੋਡ ਇਹ ਵੀ ਆ, ਤੁਸੀਂ ਗੱਲ ਨੂੰ ਮੰਨੋ, ਤੁਸੀਂ ਥੋੜਾ ਜਿਹਾ ਧਿਆਨ ਸਮਝ ਕੀਤਾ ਤਾਂ ਫਿਰ ਤੁਸੀਂ ਇਹ ਕਹਿਣਾ ਕਿ ਪਹਿਲਾ ਜੀਵਨ ਮੈਂ ਕਿਉਂ ਵੇਸਟ ਕਰ। ਐਡੀ ਜ਼ਬਰਦਸਤ ਚੀਜ਼ ਮੇਰੇ ਅੰਦਰ, ਉਸ ਪਰਮ ਸੁੱਖ ਨੂੰ ਮੈਂ ਛੱਡ ਕੇ ਇੱਧਰ ਉੱਧਰ ਤੁਰਿਆ ਫਿਰਦਾ ਰਿਹਾ, ਤੇ ਅੱਜ ਉਹ ਚੀਜ਼ ਮਿਲ ਰਹੀ ਹੈ ਮੈਨੂੰ, ਉਹਦਾ ਆਨੰਦ ਕਿੰਨਾ ਹੈ, ਉਹਦਾ ਸੁੱਖ ਕਿੰਨਾ। ਹਾਂਜੀ ਨਿੱਜਰ ਸਾਹਿਬ, ਵਿਚਾਰ ਇੱਥੇ ਸਮਾਪਤ ਕਰੀਏ। ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਦਾਨ ਬੱਚੇ ਸਮਝ ਕੇ ਮਾਫ਼ ਕਰੋ। ਕਿਤੋਂ ਛੋਟੇ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਕਿ ਮੇਰੇ ਪਿਤਾ ਘਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ, ਦੇ ਨਿਰੋਗਤਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ ਹੁਣ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।